ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਇਹ ਲੈਕਚਰ ਭਾਈ ਮੈਂ ਉਹਨਾਂ ਬੱਚਿਆਂ ਵਾਸਤੇ ਲੈ ਕੇ ਆਇਆ ਜਿਨ੍ਹਾਂ ਦਾ ਆਂਗਣਵਾੜੀ ਦਾ ਪੇਪਰ ਹੈਗਾ, ਠੀਕ ਹੈ ਜੀ। ਅਤੇ ਤੁਹਾਨੂੰ ਮੈਂ ਦੱਸਿਆ ਸੀ ਜਿਵੇਂ ਭਾਈ ਇਹ ਨੋਟਸ ਮੈਂ ਲੈਤੇ ਆਪਣੇ ਵਿਨੋਦ ਸਰ ਤੋਂ, ਠੀਕ ਹੈ ਜੀ। ਆਪਣੇ ਬਹੁਤ ਹੀ ਪਿਆਰੇ ਵਿਨੋਦ ਸਰ ਤੋਂ ਲੈਤੇ, ਉਹਨਾਂ ਨੇ ਦਿੱਤੇ। ਸਾਨੂੰ ਦੱਸਿਆ ਸੀ ਕਿ ਉਹਨਾਂ ਨੇ ਜਦੋਂ ਉਹਨੂੰ ਪਤਾ ਲੱਗਿਆ ਕਿ ਆਪਾਂ ਫ੍ਰੀ ਸਟੂਡੈਂਟ ਪੜ੍ਹਾਉਣੇ ਤਾਂ ਉਹਨਾਂ ਨੇ ਵੀ ਆਪਦੇ ਨੋਟਸ ਆਪਾਂ ਨੂੰ ਫ੍ਰੀ ਪ੍ਰੋਵਾਈਡ ਕਰਵਾਏ ਹੈ। ਦੂਸਰੀ ਗੱਲ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ। ਦੂਸਰੀ ਗੱਲ ਪੁੱਤਰੋ, ਇੱਕ ਨਾ ਕੱਲ੍ਹ ਬੱਚੇ ਸਰ ਨੂੰ ਫੋਨ ਲਾ ਕੇ ਅਲੱਗ-ਅਲੱਗ ਚੀਜ਼ਾਂ ਪੁੱਛ ਰਹੇ ਸੀ, ਤਾਂ ਕਰਕੇ ਸਰ ਨੂੰ ਤੰਗ ਨਾ ਕਰਿਓ ਭਾਈ। ਜੇ ਕੋਈ ਗੱਲ ਪੁੱਛਣੀ ਹੁੰਦੀ ਹੈ ਮੈਥੋਂ ਪੁੱਛ ਲਿਆ ਕਰੋ। ਉਹਨਾਂ ਦਾ ਇੰਸਟੀਟਿਊਟ ਹੈ, ਉਹ ਸਾਰਾ ਆਪ ਵੀ ਬਿਜੀ ਹੁੰਦੇ ਹੈਗੇ, ਠੀਕ ਹੈ ਜੀ। ਜੇ ਕੋਈ ਗੱਲ ਪੁੱਛਣੀ ਹੁੰਦੀ ਹੈ ਮੈਥੋਂ ਪੁੱਛ ਲਿਆ ਕਰੋ। ਇਹ ਤਾਂ ਉਹਨਾਂ ਦਾ ਨੰਬਰ ਉਹ ਬੱਚਿਆਂ ਵਾਸਤੇ ਜਿਨ੍ਹਾਂ ਨੇ ਨੋਟਸ ਆ, ਕੋਈ ਪੇਡ ਨੋਟਸ ਲੈਣੇ ਆ ਜੀ ਉਹਨਾਂ ਨੇ, ਠੀਕ ਹੈ। 9ਵੀਂ 10ਵੀਂ ਵਾਲਾ ਕੋਈ ਬੱਚਾ ਹੈਗਾ, ਠੀਕ ਹੈ, ਜੇ ਉਹਨੇ ਕੋਈ ਪੇਡ ਨੋਟਸ ਲੈਣੇ ਹੈਗੇ ਜਾਂ ਕੋਈ ਹੋਰ ਵੀ ਕੋਈ ਪੇਡ ਨੋਟਸ ਲੈਣਾ ਕਿਸੇ ਚੀਜ਼ ਨਾਲ ਰਿਲੇਟਡ, ਠੀਕ ਹੈ ਨਾ, ਅਤੇ ਉਹਨਾਂ ਨਾਲ ਉਹੀ ਸੰਪਰਕ ਕਰਨ ਬੱਚੇ, ਠੀਕ ਹੈ। ਬਿਨਾਂ ਗੱਲ ਤੋਂ ਉਹਨਾਂ ਨੂੰ ਸਰ ਨੂੰ ਤੰਗ ਨਾ ਕਰੋ ਭਾਈ, ਠੀਕ ਹੈ। ਅੱਗੇ ਚੱਲਦੇ ਆਪਾਂ। ਅਤੇ ਜੇ ਕਿਸੇ ਬੱਚੇ ਨੇ ਮੈਂ ਨਾਲ ਕੰਟੈਕਟ ਕਰਨਾ ਵੀ ਹੈ, ਤੁਸੀਂ ਮੈਨੂੰ ਟੈਲੀਗ੍ਰਾਮ 'ਤੇ ਮੈਸੇਜ ਕਰ ਦਿਓ, ਠੀਕ ਹੈ ਜੀ। ਬਾਕੀ ਕੋਈ ਗੱਲ ਨਹੀਂ ਪੁੱਤਰੋ, ਤੁਹਾਡੇ ਵਾਸਤੇ ਇੱਕ ਮੈਂ ਅਲੱਗ ਤੋਂ ਮੋਬਾਈਲ ਦਾ ਨੰਬਰ ਲੈਣਾ ਗਾ, ਅਤੇ ਉਹ ਨੰਬਰ ਤੁਹਾਨੂੰ ਦੇ ਦਿਆ ਕਰੂੰਗਾ। ਜੇ ਕਿਸੇ ਬੱਚੇ ਨੂੰ ਕੋਈ ਲੋੜ ਹੈ ਜਦੋਂ ਮਰਜ਼ੀ ਕਾਲ ਕਰ ਸਕਦਾ 24 ਘੰਟੇ ਦੇ ਵਿੱਚ, ਠੀਕ ਹੈ ਜੀ। ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਜਦੋਂ ਵੀ ਕਿਸੇ ਬੱਚੇ ਨੇ ਪੁੱਛਿਆ, ਤੁਹਾਡੇ ਵਾਸਤੇ ਇੱਕ ਅਲੱਗ ਨੰਬਰ ਲੈ ਰਿਹਾ ਮੈਂ, ਅਤੇ ਤਾਂ ਕਰਕੇ ਉਹ 'ਤੇ ਕਿਸੇ ਵੀ ਬੱਚੇ ਨੇ ਕਾਲ ਕਰਨੀ, ਕੋਈ ਵੀ ਬੱਚੇ ਦੀ ਇਨਕੁਆਇਰੀ ਹੈ ਤਾਂ ਉਹ 'ਤੇ ਪੁੱਛ ਸਕਦਾ ਕਾਲ ਕਰਕੇ, ਠੀਕ ਹੈ ਜੀ। ਅਤੇ ਉਹ ਸਾਨੂੰ ਟਾਈਮ ਦੇਊਂਗਾ ਵੀ ਉਨੇ ਵਜੇ ਤੋਂ ਲੈ ਕੇ ਉਨੇ ਵਜੇ ਦੇ ਵਿੱਚ ਹੀ ਕਾਲ ਕਰਨੀ, ਇਸ ਤੋਂ ਬਾਅਦ ਨਹੀਂ ਕਰ ਸਕਦੇ, ਠੀਕ ਹੈ ਪੁੱਤਰੋ। ਅਤੇ ਚਲੋ ਜੀ, ਅੱਜ ਆਪਾਂ ਗੱਲ ਕਰਦੇ ਹਾਂ ਨੈਸ਼ਨਲ ਹੈਲਥ ਪ੍ਰੋਗਰਾਮ। ਵੈਸੇ ਤਾਂ ਆਪਾਂ ਕਰੇ ਹੋਏ ਆ, ਪਰ ਇਹ ਆਪਾਂ ਇੱਕ MCQ ਤੌਰ 'ਤੇ ਕਰਨੇ ਆ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਉਹ ਸਰਾਂ ਦਾ ਆਪਣੇ ਦਾ OCDC ਹੈ, ਉਹਨਾਂ ਦਾ ਮਤਲਬ ਕੀ ਹੈਗਾ, ਸੈਂਟਰ, ਉਹਨਾਂ ਦੇ ਸੈਂਟਰ ਦਾ ਨਾਮ ਹੈਗਾ ਇੰਸਟੀਟਿਊਟ ਦਾ। ਦੇਖੋ ਜੀ, ਹੁਣ ਆਪਾਂ ਗੱਲ ਕਰਨ ਲੱਗੇ ਹਾਂ ਪਹਿਲੇ ਦੀ। ਧਿਆਨ ਨਾਲ ਦੇਖਣਾ ਸਾਰੇ ਬੱਚਿਆਂ ਨੇ, ਅਤੇ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਬੱਚਿਓ। JSSK ਸਟੈਂਡ ਫੋਰ, JSSK ਦੀ ਫੁੱਲ ਫਾਰਮ ਕੀ ਹੈ, ਇਹ ਪੁੱਛੀ ਜਾ ਸਕਦੀ ਹੈ। ਤਾਂ ਭਾਈ ਇਹਦੀ ਫੁੱਲ ਫਾਰਮ ਹੈਗੀ ਜਨਾਨੀ ਸ਼ਿਸ਼ੂ, ਠੀਕ ਹੈ। ਜਨਾਨੀ ਨਹੀਂ, ਜਨਨੀ ਸ਼ਿਸ਼ੂ ਸੁਰੱਖਿਆ ਕਿਰਿਆਕਰਮ, ਠੀਕ ਹੈ। ਇਹਦੀ ਫੁੱਲ ਫਾਰਮ ਹੈ JSSK ਦੀ। ਪਹਿਲੀ ਗੱਲ ਤਾਂ ਇਹ ਪੁੱਛੀ ਜਾ ਸਕਦੀ ਕਿ KSS ਦੀ ਫੁੱਲ ਫਾਰਮ ਕੀ ਹੈ, JSSK ਦੀ ਫੁੱਲ ਫਾਰਮ ਕੀ ਹੈ। ਇੱਕ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਕਿਹੜਾ ਜਨਨੀ ਸ਼ਿਸ਼ੂ ਸੁਰੱਖਿਆ ਕਿਰਿਆਕਰਮ। ਦੂਸਰੇ ਪ੍ਰਸ਼ਨ ਇਹ ਆ ਸਕਦਾ ਕਿ ਲਾਂਚ ਕਦੋਂ ਕੀਤੀ ਗਈ ਸੀ, ਠੀਕ ਹੈ ਬੱਚਿਓ। ਦੂਜਾ ਇਹ ਪੁੱਛਿਆ ਜਾ ਸਕਦਾ ਕਿ ਜਿਹੜੀ ਇਹ ਸਕੀਮ ਹੈ ਇਹ ਲਾਂਚ ਕਦੋਂ ਕੀਤੀ ਗਈ ਸੀ। ਲਾਂਚ ਡੇਟ ਵੀ ਨਾਲ ਯਾਦ ਰੱਖਣੀ ਹੈ, 1 ਜੂਨ 2011, ਠੀਕ ਹੈ ਬੱਚਿਓ। ਦੇਖੋ ਬੱਚਿਓ, ਮੈਨੂੰ ਇਹ ਹੁੰਦਾ ਕਿ ਤੁਹਾਨੂੰ ਵਧੀਆ ਤੋਂ ਵਧੀਆ ਕੰਟੈਂਟ ਪ੍ਰੋਵਾਈਡ ਕਰਵਾ ਸਕਾਂ ਮੈਂ, ਤੁਹਾਨੂੰ ਵਧੀਆ ਤੋਂ ਵਧੀਆ ਕੰਟੈਂਟ। ਤੁਹਾਨੂੰ ਪਤਾ ਕਿ ਫੀਸਾਂ ਦਾ ਲਾਲਚ ਤਾਂ ਆਪਾਂ ਕਦੇ ਕੀਤਾ ਨਹੀਂ, ਨਾ ਹੀ ਕਦੇ ਕਰਨਾ, ਠੀਕ ਹੈ। ਚੈਨਲ ਚਲਾਉਣ ਦਾ ਮਕਸਦ ਤੁਹਾਨੂੰ ਕਿੰਨੇ ਵਾਰੀ ਦੱਸ ਚੁੱਕੇ ਹਾਂ ਕਿ ਚੈਨਲ ਚਲਾਉਣ ਦਾ ਮਕਸਦ ਮੇਰਾ ਇਹ ਹੈ ਕਿ ਭਾਈ ਜਿਹੜੇ ਬੱਚੇ ਲੋੜਵੰਦ ਹੈ, ਜਿਹੜੇ ਬੱਚੇ ਫੀਸ ਨਹੀਂ ਦੇ ਸਕਦੇ। ਦੇਖੋ, ਮੈਨੂੰ ਇੱਕ ਬੱਚੀ ਦਾ ਫੋਨ ਆਇਆ, ਹੋ ਗਏ 4-5 ਦਿਨ ਹੋਣਗੇ, ਠੀਕ ਹੈ। ਉਹ ਬੱਚੀ ਨੇ ਫ਼ੋਨ ਕੀਤਾ, ਉਹ ਮੈਰਿਡ ਸੀ ਬੱਚੀ, ਅਤੇ ਉਹ ਕਹਿੰਦੀ ਸਰ ਮੇਰੇ ਨਾਲ ਮਤਲਬ ਕਿ ਮੇਰੇ ਕੋਲ ਫੀਸ ਦੇਣ ਵਾਸਤੇ ਪੈਸੇ ਨਹੀਂ ਸੀ, ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮਤਲਬ ਇਹ ਚੀਜ਼ ਚਲਾਈ ਕਿ ਜਦੋਂ ਵੀ ਮੈਂ ਕਿਤੇ ਜਾਂਦੀ ਸੀ ਇੰਸਟੀਟਿਊਟ 'ਤੇ, ਕਿ ਘੱਟੋ ਘੱਟ 7-8 ਹਜ਼ਾਰ ਤੋਂ ਘੱਟ ਕੋਈ ਵੀ ਮਤਲਬ ਇੰਸਟੀਟਿਊਟ 'ਤੇ ਮੈਨੂੰ ਹਾਂ ਨਹੀਂ ਕੀਤੀ। 7-8 ਹਜ਼ਾਰ ਮੰਗਦਾ ਸੀ ਹਰੇਕ। ਕਹਿੰਦੀ ਫਿਰ ਮੈਂ ਮਤਲਬ ਥੱਕ ਕੇ ਘਰੇ ਬਹਿ ਗਈ। ਕਹਿੰਦਾ ਬਾਅਦ 'ਚ ਮੈਨੂੰ ਕਿਸੇ ਨੇ ਤੁਹਾਡਾ ਚੈਨਲ ਦੱਸਿਆ ਕਿ ਮੈਂ ਉਹ ਤੋਂ ਤਿਆਰੀ ਕਰਨ ਲੱਗ ਗਈ, ਠੀਕ ਹੈ। ਕਹਿੰਦੀ ਸਰ ਬਹੁਤ ਬਹੁਤ ਧੰਨਵਾਦ। ਆਹੀ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਤੁਹਾਡੀਆਂ ਯਾਰ, ਠੀਕ ਹੈ ਪੁੱਤਰੋ। ਆਹੀ ਚੀਜ਼ਾਂ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਭਾਈ। ਕੋਈ ਬੰਦਾ ਦਬਾ ਦਿੰਦਾ, ਦੇਖੋ ਪੈਸੇ ਨਾਲ ਹਰੇਕ ਚੀਜ਼ ਨਹੀਂ ਖਰੀਦੀ ਜਾ ਸਕਦੀ। ਜਿਹੜਾ ਕੋਈ ਬੰਦਾ ਦਿਲੋਂ ਦਬਾ ਦਿੰਦਾ ਨਾ, ਉਹ ਤਾਂ ਮੈਂ ਇਹ ਗੱਲ ਕਹਿਣਾ ਕਿ ਉਹ ਤਾਂ ਬੰਦੇ ਕੋਲ ਅਰਬਾਂ ਰੁਪਈਏ ਹੋਣ ਨਾ, ਉਹ ਵੀ ਨਹੀਂ ਖਰੀਦ ਸਕਦਾ। ਹੁਣ ਅਬਾਨੀ ਅਡਾਨੀ ਵਰਗੇ ਹੈ, ਠੀਕ ਹੈ, ਇੰਨੇ ਨਾਲ ਪੈਸਾ ਉਹਨਾਂ ਕੋਲ, ਲੋਕ ਫਿਰ ਵੀ ਉਹਨੂੰ ਗਾਲਾਂ ਕੱਢੀ ਜਾਂਦੇ। ਗਰੀਬ ਤੋਂ ਗਰੀਬ ਬੰਦਾ ਉਹਨੂੰ ਗਾਲਾਂ ਕੱਢੀ ਜਾਂਦਾ। ਉਹ ਜਿਹੇ ਪੈਸੇ ਦੀ ਕੀ ਜ਼ਰੂਰਤ ਹੈ ਯਾਰ। ਉਹ ਪੈਸਾ ਕਰਨਾ ਕੀ ਆਪਾਂ, ਜਿਹੜਾ ਲੋਕਾਂ ਦੇ ਖੂਨ ਪਸੀਨੇ ਦਾ ਹੋਵੇ ਯਾਰ, ਉਹ ਪੈਸਾ ਕੀ ਕਰਨਾ। ਚਲੋ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਫ੍ਰੀ ਪੜ੍ਹਾਉਣ ਲੱਗ ਜਾਣ, ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਕਿ ਸਾਰੇ ਟੀਚਰ ਜਿੰਨੇ ਕਿ ਫ੍ਰੀ ਪੜ੍ਹਾਉਣ ਲੱਗ ਜਾਣ। ਹਰੇਕ ਬੰਦੇ ਨੇ ਆਪਦਾ ਘਰ ਚਲਾਉਣਾ, ਹਰੇਕ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ, ਠੀਕ ਹੈ। ਪਰ ਮੈਨੂੰ ਇਹ ਹੁੰਦਾ ਕਿ ਚਲੋ ਕੋਈ ਗੱਲ ਨਹੀਂ ਕਿ ਸਾਰੇ ਬੱਚੇ ਫ੍ਰੀ ਪੜ੍ਹ ਲੈਣ, ਕਿਉਂਕਿ ਜਿਵੇਂ ਮੇਰਾ ਸਿਸਟਮ ਚੱਲੀ ਜਾਂਦਾ, ਹਰੇਕ ਦਾ ਸਿਸਟਮ ਨਹੀਂ ਚੱਲਦਾ ਹੁੰਦਾ ਇਸ ਤਰ੍ਹਾਂ, ਠੀਕ ਹੈ। ਮੈਨੂੰ ਕੋਈ ਚੱਕਰ ਨਹੀਂ ਹੁੰਦਾ। ਮੈਨੂੰ ਤਾਂ ਇਹ ਹੁੰਦਾ ਕਿ ਭਾਵੇਂ ਮੇਰਾ ਡੱਕੇ ਨਾ ਬਣੇ ਯਾਰ, ਮੇਰੇ ਤਾਂ ਭਾਵੇਂ 2 ਵਿਊ ਆਈ ਜਾਣ, ਮੈਨੂੰ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਨਾ ਹੀ ਕਦੇ ਜੇ ਵਿਊ ਲੈਣੇ ਹੋਣ ਨਾ ਬੱਚਿਓ, ਜੇ ਵਿਊ ਵਾਲੀ ਗੱਲ ਹੋਵੇ ਨਾ, ਮੈਂ ਇੱਕ ਫੇਕ ਜਿਹਾ ਥੰਬਨੇਲ ਲਾ ਕੇ, ਫੋਟੋ ਲਾ ਕੇ ਫੇਕ ਜੀ ਜੇ ਮਰਜ਼ੀ ਵੀਡੀਓ ਅਪਲੋਡ ਕਰਦਾ, ਠੀਕ ਹੈ। 90,000 ਬੱਚਾ, 90,000 ਤੋਂ 10,000 ਵੀ ਦੇਖ ਲੂ, 20,000 ਵੀ ਦੇਖ ਲੂ, ਮੇਰਾ ਕੀ ਜਾਂਦਾ ਉਹਦੇ 'ਚ। ਮੈਂ ਤਾਂ ਮੁਫਤ ਦੀ ਵਿਊ ਹੈ ਨਾ। ਪਰ ਇਹ ਕੰਮ ਆਪਾਂ ਕਦੇ ਕਰਨਾ ਨਹੀਂ, ਜ਼ਮੀਰ ਹੀ ਨਹੀਂ ਅੱਗੇ ਦਿੰਦੀ ਯਾਰ ਇਹੋ ਜਿਹੇ ਕੰਮਾਂ ਵਾਸਤੇ, ਠੀਕ ਹੈ ਜੀ। ਤਾਂ ਕਰਕੇ ਬੱਚੋ ਮੈਨੂੰ ਵਧੀਆ ਲੱਗਾ। ਉਹ ਬੱਚੀ ਨੇ ਵਿਚਾਰੀ ਨੇ ਫ਼ੋਨ ਕੀਤਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ
ਇਕੱਲੇ ਬੰਦੇ ਹੋ ਜਿਹੜੇ ਸਾਨੂੰ ਫ੍ਰੀ ਪੜ੍ਹਾ ਰਹੇ ਹੋ। ਬਾਕੀ ਜਿਵੇਂ ਆ ਵਿਨੋਦ ਸਰ ਇਹੋ ਜਿਹੇ ਬੰਦੇ ਜਿਹੜੇ ਆਪਣੇ ਨਾਲ ਵਾਲੇ ਹੋਏ ਆ ਸਰ, ਅਤੇ ਬਹੁਤ ਬਹੁਤ ਸ਼ੁਕਰੀਆ ਕਰਦਾ ਭਾਈ ਇਹਨਾਂ ਦਾ ਮੈਂ, ਜਿਨ੍ਹਾਂ ਨੇ ਵੀ ਇਹ ਵੀ ਸੋਚਿਆ। ਦੇਖੋ ਸਰ ਪੇਡ ਕੋਰਸ ਦਿੰਦੇ ਆ, ਮਿਹਨਤ ਨਾਲ ਬਣਾਉਂਦੇ ਆ, ਹੱਕ ਵੀ ਹੈ ਚਲੋ, ਪਰ ਸਰ ਨੇ ਫਿਰ ਵੀ ਸੋਚਿਆ ਆਪਣੇ ਬਾਰੇ ਕਿ ਯਾਰ ਮੈਨੂੰ ਆਪ ਦੇ ਆਪ ਫੋਨ ਕੀਤਾ ਉਹਨਾਂ ਨੇ, ਸਰ ਨੇ ਕਿ ਸਰ ਤੁਸੀਂ ਪੜ੍ਹਾਉਣੇ ਹੋ ਨਾ ਬੱਚਿਆਂ ਨੂੰ? ਮੈਂ ਕਿਹਾ ਹਾਂਜੀ ਪੜ੍ਹਾਉਣਾ। ਕਹਿੰਦਾ ਕੋਈ ਗੱਲ ਨਹੀਂ, ਮੇਰੇ ਕੋਲ ਨੋਟਸ ਪਿਆ, ਤੁਸੀਂ ਬੱਚਿਆਂ ਨੂੰ ਕਰਾਓ ਫ੍ਰੀ, ਮੈਨੂੰ ਕੋਈ ਚੱਕਰ ਨਹੀਂ ਹੈਗਾ। ਠੀਕ ਹੈ, ਤਾਂ ਕਰਕੇ ਬੱਚਿਓ ਮਤਲਬ ਜੇ ਕੋਈ ਬੰਦੇ ਦੀ ਰਿਸਪੈਕਟ ਕਰੀਏ ਆਪਾਂ ਹੈ ਨਾ, ਹਰੇਕ ਬੰਦੇ ਜਿਹੜਾ ਵੀ ਆਪਾਂ ਨੂੰ ਕੁਛ ਗਿਆਨ ਦੇ ਰਿਹਾ ਹੈਗਾ। ਠੀਕ ਹੈ, ਦੇਖੋ ਮੈਨੂੰ ਤਾਂ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਕਿ ਮੇਰੇ ਕਰਵਾਏ ਹੋਏ 'ਚ ਪੇਪਰ ਆਵੇ। ਹਜੇ ਤੱਕ ਰੱਬ ਦੀ ਕਿਰਪਾ ਨਾਲ ਪਤਾ ਨਹੀਂ ਕੀ ਚੱਕਰ ਹੈਗਾ, ਜਿੰਨਾ ਕੁਛ ਵੀ ਕਰਵਾਇਆ ਸਰ ਆਪਣਾ ਕਰਵਾਇਆ ਹੋਈ ਪੇਪਰਾਂ 'ਚੋਂ ਆਇਆ। ਮੈਨੂੰ ਦੇਖੋ ਮੈਂ ਜਦੋਂ ਪੇਪਰ ਦੀ ਤਿਆਰੀ ਕਰਾਉਣ ਲੱਗਿਆ ਸੀ ਨਾ, ਮੈਨੂੰ ਯਕੀਨ ਤਾਂ ਹੈਗਾ ਸੀ ਮੇਰਾ ਕਰਵਾਇਆ ਹੋਇਆ ਆਊਗਾ, ਪਰ ਮੈਨੂੰ ਇੰਨਾ ਯਕੀਨ ਨਹੀਂ ਸੀ ਕਿ 100 ਦੇ ਵਿੱਚੋਂ 70 ਤੋਂ 80% ਮੇਰੇ ਕਰਵਾਏ ਹੋਏ ਆ ਜਾਣਗੇ। ਮੈਨੂੰ 1% ਵੀ ਯਕੀਨ ਨਹੀਂ ਸੀ ਗੱਲ 'ਤੇ। ਮੈਨੂੰ ਇਹ ਸੀ ਕਿ ਮੈਂ ਪੜ੍ਹਾ ਤਾਂ ਰਿਹਾ ਬੱਚਿਆਂ ਨੂੰ 50% ਜਾਂ 60% ਮੇਰੇ ਕਰਵਾਏ ਹੋਏ, 50% ਆ ਜਾਣਗੇ, ਬਾਕੀ ਬੱਚਾ ਐਲੀਮੀਨੇਟ ਮੈਥਡ ਨਾਲ ਸਹੀ ਕਰ ਲੂਗਾ। ਪਰ ਮੈਨੂੰ ਇੰਨਾ ਯਕੀਨ ਨਹੀਂ ਸੀ ਕਿ 80 ਤੋਂ 70 ਆ ਜਾਣਗੇ। ਤਾਂ ਇਹ ਬੱਚਿਓ ਇੱਕ ਪਰਮਾਤਮਾ ਵੀ ਸਾਥ ਦਿੰਦਾ, ਜਿਵੇਂ ਤੁਹਾਨੂੰ ਦੱਸੀ ਹੈ ਮੈਂ ਗੱਲ। ਠੀਕ ਹੈ, ਜੇ ਕਿਸੇ ਬੱਚੀ ਨੂੰ ਕੋਈ ਮੈਨੂੰ ਗੱਲਾਂ ਤੋਂ ਅਲਰਜੀ ਹੈ ਭਾਈ, ਵੀਡੀਓ ਸਕਿੱਪ ਕਰ ਲਿਆ ਕਰੋ। ਠੀਕ ਹੈ, ਮੈਨੂੰ ਇਹ ਹੁੰਦਾ ਕਿ ਬੱਚਿਆਂ ਨਾਲ ਗੱਲਾਂ ਬਾਤਾਂ ਕਰਾਂ। ਠੀਕ ਹੈ, ਅਤੇ ਕੋਈ ਗੱਲ ਨਹੀਂ ਬੱਚਿਓ, ਥੋੜ੍ਹੇ ਟਾਈਮ ਤੱਕ ਆਪਾਂ ਲਾਈਵ ਟੈਸਟ ਵੀ ਲਾਇਆ ਕਰਾਂਗੇ। ਠੀਕ ਹੈ, ਲਾਈਵ ਹੋ ਕੇ ਮੈਂ ਪ੍ਰਸ਼ਨ ਪੁੱਛਿਆ ਕਰੂੰ ਤੁਹਾਡੇ ਤੋਂ, ਅਤੇ ਮਤਲਬ ਪੂਰਾ ਕਲਾਸ ਵਾਲਾ ਮਾਹੌਲ ਬਣਾਇਆ ਕਰਾਂਗੇ। ਲਾਈਵ ਹੋਇਆ ਕਰੂੰਗਾ ਮੈਂ, ਲਾਈਵ ਦੇ ਵਿੱਚ ਤਾਂ ਪ੍ਰਸ਼ਨ ਪੁੱਛਿਆ ਕਰੋ, ਤੁਸੀਂ ਥੱਲੇ ਕਮੈਂਟਾਂ ਦੇ ਵਿੱਚ ਆਨਸਰ ਦੇਣੇ ਆ, ਮੈਂ ਤੁਹਾਡੇ ਨਾਮ ਵੀ ਬੋਲਿਆ ਕਰੂੰਗਾ। ਠੀਕ ਹੈ, ਐਂ ਆਪਾਂ ਪੇਪਰ ਆਉਣ ਦੇ ਥੋੜ੍ਹਾ ਜਿਹਾ, ਅਤੇ ਆਪਾਂ ਇਹ ਕਲਾਸ ਵਾਲਾ ਮਾਹੌਲ ਕਰ ਦੇਣਾ। ਜਿਹੜਾ ਮੈਂ ਤਾਂ ਇਹ ਕਹਿਣਾ ਕਿ ਜਿੰਨੇ ਬੱਚੇ ਵੀ ਮੇਰੇ ਕੋਲ ਪੜ੍ਹਦੇ, ਮੇਰੇ ਸਾਰੇ ਬੱਚੇ ਸਿਲੈਕਟ ਹੋਣੇ ਚਾਹੀਦੇ ਆ ਬਸ। ਹੋਰ ਨਹੀਂ ਮੈਨੂੰ ਕਿਸੇ ਦਾ ਪਤਾ ਕਿ ਕੋਈ ਪੜ੍ਹਾਉਂਦਾ ਕਿ ਨਹੀਂ ਪੜ੍ਹਾਉਂਦਾ, ਪਰ ਮੇਰੇ ਬੱਚੇ ਸਾਰੇ ਸਿਲੈਕਟ ਹੋਣੇ ਚਾਹੀਦੇ ਆ। ਠੀਕ ਹੈ, ਦੂਸਰੀ ਗੱਲ, ਪਲੀਟੀ ਦੇ ਕੰਪਿਊਟਰ ਦੇ ਸਾਰੇ ਲੈਕਚਰ ਭਾਈ ਲੱਗੇ ਹੋਏ ਆ, ਤਿਆਰ ਪਏ ਹੈਗੇ ਸਾਰੇ ਬੱਚੇ। ਪੰਜਾਬ ਪੁਲਿਸ ਵਾਲੇ ਜਿਹੜੇ ਲੈਕਚਰ ਆ ਉਹ, ਅਤੇ ਆਂਗਣਵਾੜੀ ਵਾਲੇ ਸਾਰੀਆਂ ਚੀਜ਼ਾਂ ਸੇਮ ਹੈ, ਸਾਰੀਆਂ ਕਰ ਲਿਓ ਉਹ। ਠੀਕ ਹੈ, ਕੋਈ ਚੀਜ਼ ਨਹੀਂ ਛੱਡਣੀ, A to Z ਸਾਰਾ ਕੁਛ ਕਰ ਲਿਓ, ਐਗਰੀਕਲਚਰ ਨੂੰ ਛੱਡ ਕੇ ਕਰਨਾ। ਓਕੇ, ਦੇਖੋ ਬੱਚੋ ਤੁਹਾਡੀਆਂ ਇਹੀ ਦੁਆਵਾਂ ਮੈਨੂੰ ਤਾਂ ਬਹੁਤ ਵਧੀਆ ਲੱਗਦੀਆਂ, ਜਦੋਂ ਬੱਚਾ ਕਹਿੰਦਾ ਯਾਰ ਸਰ ਤੁਸੀਂ ਜਿਉਂਦੇ ਵੱਸਦੇ ਰਹੋ, ਤੁਸੀਂ ਸਾਡੇ ਵਾਸਤੇ ਇੰਨੀ ਹੈਲਪ ਕਰ ਰਹੇ ਹੋ। ਠੀਕ ਹੈ, ਰਿਸਪੈਕਟ ਬਣਾਉਣੀ ਬਹੁਤ ਔਖੀ ਹੈਗੀ। ਠੀਕ ਹੈ, ਰਿਸਪੈਕਟ ਫ੍ਰੀ ਪੜ੍ਹਾਉਣ ਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਸ਼ਾਬਾਸ਼ੀ ਲੈਣਾ, ਫ੍ਰੀ ਤਾਂ ਤੁਹਾਨੂੰ ਸਮਝ ਆਈ ਜਾਂਦਾ ਨਾ, ਬਸ ਇਹੀ ਬਹੁਤ ਵੱਡੀ ਗੱਲ ਹੈਗੀ। ਆਪਾਂ ਤਾਂ ਇਹ ਚੀਜ਼ ਚਾਹੀਦੀ ਹੈ ਕਿ ਬੰਦੇ ਦੀ ਪਛਾਣ ਹੋਣੀ ਚਾਹੀਦੀ ਕਿ ਕੋਈ ਬੰਦਾ ਹੈਗਾ, ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਜੀ ਆਪਾਂ ਨੂੰ ਯਾਰ, ਹੈ ਨਾ। ਤਾਂ ਇਹ ਜ਼ਰੂਰੀ ਹੈ, ਸਮਾਜ ਭਲਾਈ ਜ਼ਰੂਰੀ ਨਹੀਂ ਹੈਗੀ ਕਿ ਮਤਲਬ ਕਿਸੇ ਨੂੰ ਰੁਪਈਏ ਦੇ ਕੇ ਭਲਾਈ ਕੀਤੀ ਜਾ ਸਕਦੀ ਹੈ ਕਿਸੇ ਦੀ, ਜਿਵੇਂ ਮਰਜ਼ੀ ਕਰੋ। ਆਪਾਂ ਤਾਂ ਸਿਰਫ ਸਿੱਧੀ ਗੱਲ ਆ ਬੱਚੋ, ਲੋੜਵੰਦਾਂ ਵਾਸਤੇ ਚੈਨਲ ਚਲਾਇਆ, ਕੋਈ ਮਰਜ਼ੀ ਬੱਚਾ ਸਟੱਡੀ ਕਰ ਸਕਦਾ, ਅਤੇ ਕਰਵਾਊਂਗਾ ਵੀ ਪੂਰੇ ਦਿਲ ਦੇ ਜਾਨ ਲਾ ਕੇ। ਇਹ ਨਹੀਂ ਹੈਗਾ ਕਿ ਫਾਰਮੈਲਿਟੀ ਕਰਕੇ ਤੁਹਾਡੀ ਵੀਡੀਓ ਪਾ ਦੇ, ਤੁਹਾਡੇ ਭਵਿੱਖ ਨਾਲ ਖਿਲਵਾੜ ਕਰਾਂ, ਉਹ ਕੰਮ ਵੀ ਨਹੀਂ ਮੈਂ ਕਦੇ ਕਰਦਾ। ਠੀਕ ਹੈ, ਹੁਣ ਬੱਚੇ ਨੇ ਕਿਹਨੂੰ ਮੈਸੇਜ ਕੀਤਾ, ਕਹਿੰਦਾ ਸਰ ਐਕਸਾਈਜ਼ ਇੰਸਪੈਕਟਰ ਦੀ ਭਰਤੀ ਸੀ, ਉਹਦੇ ਵਿੱਚ ਕਹਿੰਦਾ ਸਰ ਟੈਕਸਟੇਸ਼ਨ ਪੜ੍ਹਾ ਦਿਓ ਸਾਨੂੰ। ਠੀਕ ਹੈ, ਉਹਦੇ ਵਿੱਚ ਉਹ ਲੈਕਚਰ ਸੀ। ਮੈਂ ਬੱਚੇ ਨੂੰ ਕਹਿੰਦਾ ਮੈਂ ਕੋਈ ਗੱਲ ਨਹੀਂ ਰਾਜੀ, ਮੈਂ ਕੋਸ਼ਿਸ਼ ਕਰੂੰਗਾ, ਪਰ ਬੱਚੋ ਉਹ ਹੈਗਾ ਸੀ ਇਕਨੋਮਿਕਸ ਦਾ ਲੈਕਚਰ। ਇਕਨੋਮਿਕਸ ਮੈਂ ਪੜ੍ਹੀ ਨਹੀਂ ਹੋਈ। ਠੀਕ ਹੈ, ਇਕਨੋਮਿਕਸ ਮੈਂ ਨਹੀਂ ਪੜ੍ਹੀ ਹੋਈ। ਹੁਣ ਦੇਖੋ ਕੰਪਿਊਟਰ ਵੀ ਮੈਨੂੰ ਚੰਗੀ ਤਰ੍ਹਾਂ ਆਉਂਦਾ, ਤੁਹਾਨੂੰ ਕੰਪਿਊਟਰ ਦਾ ਵੀ ਮੇਰੇ ਲੈਕਚਰ ਦੇਖ ਲਓ ਚੰਗੀ ਤਰ੍ਹਾਂ। ਕੰਪਿਊਟਰ ਵਿੱਚ ਵੀ ਮੈਂ ਆਪਦੇ ਆਪ ਨੂੰ ਮਤਲਬ ਵਧੀਆ ਮੇਰੀ ਹੈਗੀ ਹੈ। ਐਗਰੀਕਲਚਰ ਦੇ ਵਿੱਚ ਵੀ ਆਪਣੀ ਵਧੀਆ ਹੈਗੀ। ਠੀਕ ਹੈ, GK ਪਲੀਟੀ ਦੇ ਵਿੱਚ 101% ਹੀ ਹੈ ਮੇਰੀ। MA ਹੋ ਗਈ, MA ਪੰਜਾਬੀ ਦੀ ਕਰੀ ਹੋਈ ਹੈ, ਉਹਦੇ ਕਰਕੇ ਹੋ ਗਈ, ਹੈ ਨਾ। ਮੈਥ ਦਾ ਵੀ ਤੁਹਾਨੂੰ ਪਤਾ ਕਿ ਮੈਂ ਕਰਿਆ ਹੋਇਆ ਹੈਗਾ, ਬਾਇਓਲੋਜੀ, ਇਹ ਚੀਜ਼ਾਂ ਦੇ ਵਿੱਚ ਮੈਨੂੰ ਆਇਆ ਗਿਆ ਚੀਜ਼, ਇੰਨੇ ਸਬਜੈਕਟਾਂ ਦਾ ਮੈਨੂੰ ਪੂਰਾ ਗਿਆਨ ਹੈਗਾ ਕਿ ਮੈਨੂੰ ਪਤਾ ਕਿ ਕਿੱਥੋਂ ਕੋਈ ਚੀਜ਼ ਇੰਪੋਰਟੈਂਟ ਹੈ, ਕਿੱਥੋਂ ਨਹੀਂ ਹੈਗੀ। ਕਰੰਟ ਅਫੇਅਰ ਹੋ ਗਏ ਜਿਵੇਂ, ਇਹ ਚੀਜ਼ਾਂ ਦਾ। ਪਰ ਇਕਨੋਮਿਕਸ ਦਾ ਬੱਚੋ ਮੈਂ ਕਦੇ ਪੜ੍ਹੀ ਨਹੀਂ ਇਕਨੋਮਿਕਸ, ਇਹ ਵੀ ਤੁਹਾਨੂੰ ਮੈਂ ਗਲਤ ਫਲਤ ਪੜ੍ਹਾਦਾ ਯਾਰ, ਹੈ ਨਾ। ਬਾਅਦ ਵਿੱਚ ਤੁਸੀਂ ਕਹੋ ਜੀ ਇਹ ਤਾਂ ਪੇਪਰ 'ਚ ਆਇਆ ਨਹੀਂ, ਤਾਂ ਕਰਕੇ ਫਿਰ ਮੈਂ ਉਹ ਬੱਚੇ ਨੂੰ ਬਾਅਦ 'ਚ ਫੋਨ ਲਾ ਕੇ ਕਹਿੰਦਾ ਸੀ ਬੱਚੇ ਮੇਰੇ ਸਮਝ ਨਹੀਂ ਆ ਰਿਹਾ ਭਾਈ, ਕੋਸ਼ਿਸ਼ ਮੈਂ ਕੀਤੀ ਸੀ, ਅਤੇ ਤੁਸੀਂ ਕਿਸੇ ਹੋਰ ਟੀਚਰ ਤੋਂ ਇਹ ਇਕਨੋਮਿਕਸ ਦਾ ਲੈਕਚਰ ਲਾ ਲਓ ਕਿ ਮੈਨੂੰ ਇਹ ਨਹੀਂ ਆਉਂਦਾ। ਦੱਸਣ 'ਚ ਕੋਈ ਬੁਰਾਈ ਨਹੀਂ ਹੈਗੀ ਬੱਚੋ, ਕਿਸੇ ਦਾ ਭਵਿੱਖ ਖਰਾਬ ਕਰਨ ਨਾਲੋਂ ਬੰਦੇ ਨੂੰ ਸਿੱਧਾ ਦੱਸ ਦਿਓ ਕਿ ਭਾਈ ਮੈਨੂੰ ਆਹ ਚੀਜ਼ ਆਉਂਦੀ ਨਹੀਂ, ਜੇ ਕੋਈ ਸੰਗ ਵਾਲੀ ਗੱਲ ਨਹੀਂ ਹੁੰਦੀ। ਠੀਕ ਹੈ, ਤਾਂ ਚਲੋ ਗੱਲਾਂ ਬਹੁਤ ਹੋ ਗਈਆਂ, ਤਾਂ ਸੌਰੀ ਬੱਚੋ ਜੇ ਕਿਸੇ ਨੂੰ ਭਾਈ ਗੱਲਾਂ ਮਾੜੀਆਂ ਲੱਗੀਆਂ। ਠੀਕ ਹੈ, ਮੈਨੂੰ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀ ਕਰਿਆ ਹੁੰਦਾ, ਤੁਹਾਡੇ ਨਾਲ, ਤੁਹਾਡਾ ਪਤਾ ਨਹੀਂ ਕਰਦਾ, ਪਤਾ ਨਹੀਂ ਕਰਦਾ। ਚਲੋ ਬੱਚਿਓ, ਮਿਡ ਡੇ ਮੀਲ ਪ੍ਰੋਗਰਾਮ ਦੀ ਗੱਲ ਹੋ ਰਹੀ ਹੈ ਬੱਚਿਓ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਇਹ ਲਾਂਚ ਕੀਤਾ ਗਿਆ ਸੀ 15 ਅਗਸਤ 1995। ਇੱਕ ਤਾਂ ਮਿਡ ਡੇ ਮੀਲ ਹੁੰਦੀ ਹੈ, ਇੱਕ ਮਿਡ ਡੇ ਪ੍ਰੋਗਰਾਮ, ਇਹ ਸਾਨੂੰ ਕਰਵਾ ਕੇ ਗਿਆ ਹੋਇਆ ਪਹਿਲਾਂ, ਮੈਂ ਜਮਾਂ ਸੇਮ ਟੂ ਸੇਮ ਕਰਵਾਈ ਹੋਈ ਹੈ ਇਹ ਚੀਜ਼। ਠੀਕ ਹੈ, ਹੁਣ ਇਹਨਾਂ ਨੇ ਕੀ ਪੁੱਛਿਆ, ਪ੍ਰੋਗਰਾਮ 1995 ਦੇ ਵਿੱਚ ਸ਼ੁਰੂ ਹੋਇਆ ਸੀ। ਜਿਹੜੀ ਮਿਡ ਡੇ ਸਕੀਮ ਹੈਗੀ ਇਹ ਹੋਈ ਸੀ 2004 'ਚ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਮਿਡ ਡੇ ਮੀਲ ਪ੍ਰੋਗਰਾਮ ਕਿਦੋਂ ਲਾਂਚ ਕੀਤਾ ਸੀ, 15 ਅਗਸਤ 1995 ਨੂੰ। ਕਿਹਨੇ ਲਾਂਚ ਕੀਤਾ ਸੀ ਇਹ, ਆਪਣਾ ਪ੍ਰਾਈਮ ਮਿਨਿਸਟਰ ਕੌਣ ਸੀ ਉਹ ਟਾਈਮ ਦੇ ਵਿੱਚ, PV ਨਰਸਿਮਹਾ ਰਾਓ, ਮਿਨਿਸਟਰੀ ਆਫ ਐਜੂਕੇਸ਼ਨ, ਉਹਨਾਂ ਨੇ ਕੀਤਾ ਸੀ ਇਹ। ਓਕੇ ਜੀ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ।
ਇਹਦੇ ਵਿੱਚ ਸਟੇਟ ਮਿਡ ਡੇ ਮੀਲ ਪ੍ਰੋਗਰਾਮ ਫਸਟ ਇੰਟਰੋਡਿਊਸ, ਕਹਿੰਦੇ ਜਿਹੜੇ ਮਿਡ ਡੇ ਮੀਲ ਪ੍ਰੋਗਰਾਮ ਸਭ ਤੋਂ ਪਹਿਲਾਂ ਕਿਹੜੀ ਸਟੇਟ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੀ? ਇਹ ਕੀਤਾ ਗਿਆ ਸੀ ਕੇਰਲਾ ਦੇ ਵਿੱਚ 1984 ਦੇ ਵਿੱਚ, ਠੀਕ ਹੈ। ਅਤੇ ਜਿਹੜਾ ਹੁਣ ਕੀਤਾ ਗਿਆ ਸੀ 2004 ਦੇ ਵਿੱਚ, ਇਹ ਕੀਤਾ ਗਿਆ ਸੀ ਤਾਮਿਲਨਾਡੂ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ, ਜੇ ਇਹਨਾਂ ਨੇ ਪਹਿਲਾਂ ਪੁੱਛਿਆ ਇਹਨਾਂ ਨੇ, ਠੀਕ ਹੈ, ਇਹ ਗੱਲ ਵੀ ਯਾਦ ਰੱਖਣੀ। ਇਸ ਤੋਂ ਬਾਅਦ ਆ ਗਿਆ IEC ਦੀ ਫੁੱਲ ਫਾਰਮ ਕੀ ਹੈ? ਕਿਹਦੀ? IEC ਦੀ ਫੁੱਲ ਫਾਰਮ ਕੀ ਹੈ? ਵਿੱਚ ਬੱਚੇ ਕਹਿ ਰਹੇ ਨੇ ਸਰ ਇੰਗਲਿਸ਼ ਦੇ ਵਿੱਚ ਨਾ ਕਰਵਾਓ, ਪੰਜਾਬੀ 'ਚ ਕਰਵਾਓ। ਬੱਚਿਓ ਆਹ ਜਿਹੜੀ ਇੰਗਲਿਸ਼ ਹੈ ਪੰਜਾਬੀ ਤੋਂ ਵੀ ਸੌਖੀ ਹੈ। ਜੇ ਤੁਹਾਨੂੰ ਮੈਂ ਨਾਲ ਬੋਲ ਕੇ ਦੱਸੀ ਜਾਂਦਾ ਕਿ ਆਹ ਚੀਜ਼ ਦਾ ਮਤਲਬ ਇਹ ਹੈ, ਇਹ ਚੀਜ਼ ਦਾ ਮਤਲਬ ਇਹ ਹੈ। ਜੇ ਪੁੱਤਰੋ ਆਪਾਂ ਇੰਨੀਆਂ ਚੀਜ਼ਾਂ ਤੋਂ ਵੀ ਭੱਜਣ ਲੱਗ ਗਏ ਨਾ, ਫਿਰ ਆਪਣਾ ਪੇਪਰ ਕਲੀਅਰ ਨਹੀਂ ਹੋਣਾ ਪੁੱਤਰੋ, ਠੀਕ ਹੈ। ਥੋੜ੍ਹੀ ਜਿਹੀ ਐਡਜਸਟਮੈਂਟ ਕਰਨੀ ਸਿੱਖੋ, ਕਿਉਂਕਿ ਇੰਨੇ ਵਧੀਆ ਨੋਟਸ ਆਪਾਂ ਨੂੰ ਪੰਜਾਬੀ 'ਚ ਨਹੀਂ ਮਿਲ ਸਕਦੇ, ਠੀਕ ਹੈ। ਫੁੱਲ ਫਾਰਮਾਂ ਤਾਂ ਉੱਥੇ ਵੀ ਆਪਾਂ ਨੂੰ ਇੰਗਲਿਸ਼ 'ਚ ਆਉਣੀਆਂ ਗੀਆਂ, ਪੰਜਾਬੀ ਦੇ ਵਿੱਚ ਫਿਰ ਵੀ ਨਹੀਂ ਸਮਝ ਆਉਣੀ, ਠੀਕ ਹੈ। ਬਾਕੀ ਉਹਨਾਂ ਨੇ ਕਿਹਾ ਵਾ ਹੁੰਦਾ ਭਾਈ ਅਸੀਂ ਇੰਗਲਿਸ਼ ਨੂੰ ਹੀ ਸਹੀ ਮੰਨਾਂਗੇ, ਜੇ ਤੁਹਾਡੇ ਪੰਜਾਬੀ ਦੇ ਵਿੱਚ ਕੋਈ ਪ੍ਰਸ਼ਨ ਗਲਤ ਹੁੰਦਾ ਸਾਡੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਠੀਕ ਹੈ। ਦੇਖੋ IEC ਐਕਟੀਵਿਟੀ ਦਾ ਕੀ ਮਤਲਬ ਹੈ? ਦੇਖੋ ਬੱਚੋ IEC ਐਕਟੀਵਿਟੀ ਦਾ ਕੀ ਮਤਲਬ ਹੈ? ਇਨਫੋਰਮੇਸ਼ਨ ਐਜੂਕੇਸ਼ਨ। ਇਨਫੋਰਮੇਸ਼ਨ I ਮਤਲਬ ਇਨਫੋਰਮੇਸ਼ਨ, E ਮਤਲਬ ਐਜੂਕੇਸ਼ਨ, C ਮਤਲਬ ਕਮਿਊਨੀਕੇਸ਼ਨ, ਠੀਕ ਹੈ। ਇਹ ਕਾਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਸਕੀਮ? ਇਹ ਯੂਜ਼ ਕੀਤੀ ਜਾਂਦੀ ਹੈ ਜਨਰਲ ਅਵੇਅਰਨੈਸ ਵਾਸਤੇ, ਜਨਰਲ ਅਵੇਅਰਨੈਸ ਫੈਲਾਉਣੀ ਕਿਸੇ ਚੀਜ਼ ਨੂੰ ਲੈ ਕੇ, ਸਮਾਜਿਕ ਤੌਰ 'ਤੇ ਲੋਕਾਂ ਨੂੰ ਜਾਗਰੂਕ ਕਰਨਾ, ਠੀਕ ਹੈ। ਉਹ ਚੀਜ਼ ਦਾ ਇਹ ਚੀਜ਼ ਨਾਲ ਸੰਬੰਧ ਹੁੰਦਾ ਗਾ, ਓਕੇ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਕਹਿੰਦੇ ਜਿਹੜਾ ਇਹ IEC ਹੈ, ਜਿਹਦੇ ਬਾਰੇ ਹੁਣੀ ਗੱਲ ਕਰਕੇ ਗਏ, ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ, ਇਹਦਾ ਕੀ ਮਤਲਬ ਹੈ? ਵਾਟ ਇਜ਼ IEC ਇਨ ਪਬਲਿਕ ਹੈਲਥ ਵਾਸਤੇ? ਦੇਖੋ ਕੀ ਮਤਲਬ ਹੈ ਇਹਦਾ। IEC ਇਜ਼ ਪਬਲਿਕ ਹੈਲਥ ਸਿਸਟਮ। ਇਹ ਇੱਕ ਪਬਲਿਕ ਦੀ ਜਿਹੜੀ ਆਪਣੀ ਉਹਦੀ ਹੈਲਥ ਵਾਸਤੇ ਸਿਸਟਮ ਤਿਆਰ ਕੀਤਾ ਗਿਆ। ਏਮ ਕੀ ਇਹਦਾ? ਏਮ ਹੈਗਾ ਗਾ ਐਡ ਚੇਂਜਿੰਗ ਐਂਡ ਰੇਨਫੋਰਸ ਹੈਲਥ ਰਿਲੇਟਡ ਬਿਹੇਵੀਅਰ ਟੂ ਟਾਰਗੇਟ ਆਡੀਅੰਸ, ਠੀਕ ਹੈ। ਜਿਹੜਾ ਮਤਲਬ ਕਿਸੇ ਬੰਦੇ ਦਾ ਬਿਹੇਵੀਅਰ ਆ ਉਹ ਚੀਜ਼ ਨੂੰ ਲੈ ਕੇ ਚੱਲਣਾ ਆਪਾਂ। ਕੰਸਰਨਿੰਗ ਇ ਸਪੈਸੀਫਿਕ ਪ੍ਰੋਬਲਮ ਵਿਦ ਇਨ ਦਾ ਪ੍ਰੀ ਡਿਫਾਈਨਡ ਪੀਰੀਅਡ ਟਾਈਮ ਥਰੂ ਕਮਿਊਨੀਕੇਸ਼ਨ ਮੈਥਡ ਐਂਡ ਪ੍ਰਿੰਸੀਪਲ, ਕਿ ਕਿਸੇ ਬੰਦੇ ਨੂੰ ਕੋਈ ਬਿਮਾਰੀ ਆ ਉਹਨੂੰ ਆਪਾਂ ਉਸੇ ਚੀਜ਼ ਨਾਲ ਹੀ ਹੈਂਡਲ ਕਰਨਾ ਗਾ, ਠੀਕ ਹੈ। ਇਸ ਤੋਂ ਬਾਅਦ ਆ ਵੀ ਤੁਹਾਨੂੰ ਕਰਵਾ ਕੇ ਗਿਆ ਹੋਇਆ ਪੁੱਤਰੋ ਮਾਂ ਸਕੀਮ, ਠੀਕ ਹੈ। ਇਹ ਤੁਹਾਨੂੰ MCQ ਵੀ ਕਰਵਾਉਂਦਾ ਰਹੂੰਗਾ, ਟੈਨਸ਼ਨ ਨਾ ਲਿਓ। ਮਾਂ ਸਕੀਮ, ਮਦਰ ਇਜ਼ ਐਬਸੋਲੂਟ ਅਫੈਕਸ਼ਨ ਪ੍ਰੋਗਰਾਮ ਇਜ਼ ਐਸੋਸੀਏਟਡ ਵਿਦ, ਇਹ ਨਰਿੰਦਰ ਮੋਦੀ ਜੀ ਨੇ ਚਲਾਇਆ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਲਾਇਆ ਸੀ। ਮਾਂ ਸਕੀਮ ਤੁਹਾਨੂੰ ਕਰਵਾ ਕੇ ਗਿਆ ਗਾ, ਠੀਕ ਹੈ। ਮਾਂ ਪ੍ਰੋਗਰਾਮ ਦੀ ਫੁੱਲ ਫਾਰਮ ਕੀ ਆ? ਮਦਰ ਇਜ਼ ਐਬਸੋਲੂਟ ਅਫੈਕਸ਼ਨ ਪ੍ਰੋਗਰਾਮ। ਇਹ ਕਿਹੜੀ ਚੀਜ਼ ਨਾਲ ਸੰਬੰਧਿਤ ਹੈ? ਪ੍ਰਮੋਸ਼ਨ ਆਫ ਬ੍ਰੈਸਟ ਫੀਡਿੰਗ। ਇਹ ਸੰਬੰਧ ਹੈਗਾ ਬ੍ਰੈਸਟ, ਔਰਤ ਦੀ ਜਿਹੜੀ ਛਾਤੀ ਹੁੰਦੀ ਹੈ, ਜਿਹਦੇ ਵਿੱਚੋਂ ਜਦੋਂ ਬੱਚੇ ਦਾ ਜਨਮ ਹੁੰਦਾ ਇਸ ਤੋਂ ਬਾਅਦ ਔਰਤ ਛਾਤੀ ਤੋਂ ਆਪਦਾ ਦੁੱਧ ਪਿਆਉਂਦੀ ਹੈ ਬੱਚੇ ਨੂੰ, ਠੀਕ ਹੈ। ਕਹਿਣ ਦਾ ਮਤਲਬ ਕਿ ਸਭ ਤੋਂ ਵਧੀਆ ਜਿਹੜੀ ਫੀਡ ਆ ਬੱਚੇ ਵਾਸਤੇ ਉਹ ਹੈਗੀ ਬ੍ਰੈਸਟ ਫੀਡਿੰਗ ਡੇ। ਬ੍ਰੈਸਟ ਫੀਡਿੰਗ ਸਭ ਤੋਂ ਵਧੀਆ ਹੈਗੀ, ਅਤੇ ਬ੍ਰੈਸਟ ਫੀਡਿੰਗ ਡੇ ਵੀ ਮਨਾਇਆ ਜਾਂਦਾ ਹੈਗਾ। ਇਹ ਤੁਸੀਂ ਦੱਸੋ ਭਾਈ ਕਿ ਜਿਹੜਾ ਬ੍ਰੈਸਟ ਫੀਡਿੰਗ ਡੇ ਹੈਗਾ ਇਹ ਕਦੋਂ ਮਨਾਇਆ ਜਾਂਦਾ ਹੈਗਾ? ਤੁਹਾਨੂੰ ਬਹੁਤ ਵਾਰੀ ਕਰਵਾ ਕੇ ਗਿਆ ਹੈ ਮੈਂ, ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਗਾ। ਇਹ ਮਨਾਇਆ ਜਾਂਦਾ ਗਾ 1 ਵੀਕ ਮਨਾਇਆ ਜਾਂਦਾ, ਇਹ 1 ਵੀਕ ਚੱਲਦਾ ਪੂਰਾ। ਦੱਸੋ ਜੀ ਕਦੋਂ ਮਨਾਇਆ ਜਾਂਦਾ ਹੈਗਾ? ਜੇ ਕਿਸੇ ਬੱਚੇ ਨੂੰ ਪਤਾ ਹੋਵੇ ਜ਼ਰੂਰ ਦੱਸੋ। ਬਹੁਤ ਵਾਰੀ ਕਰਾਤਾ ਤੁਹਾਨੂੰ ਮੈਂ ਬ੍ਰੈਸਟ ਫੀਡਿੰਗ ਡੇ ਵਾਲਾ, ਠੀਕ ਹੈ। ਅਤੇ ਤੁਹਾਡਾ ਕੰਮ ਹੈਗਾ ਪ੍ਰਮੋਸ਼ਨ ਦਾ ਬ੍ਰੈਡ ਫੀਡਿੰਗ, ਕਿ ਛਾਤੀ ਦਾ ਦੁੱਧ ਪਿਆਉਣਾ ਗਾ। ਪ੍ਰਮੋਸ਼ਨ ਆਫ ਕਾਉਂਸਲਿੰਗ ਸਰਵਿਸ ਸਪੋਰਟਿੰਗ ਬ੍ਰੈਡ ਫੀਸਟਿੰਗ ਥਰੂ ਹੈਲਥ ਸਿਸਟਮ ਦੁਆਰਾ, ਠੀਕ ਹੈ। ਵੈਸੇ ਚੱਲ ਤੁਹਾਨੂੰ ਦੱਸ ਦਿੰਦਾ ਗਾ। ਅਤੇ ਇਹ ਭਾਈ ਮਨਾਇਆ ਜਾਂਦਾ ਹੈਗਾ ਆਪਣਾ ਅਗਸਤ ਦੇ ਪਹਿਲੇ ਹਫ਼ਤੇ, ਅਗਸਤ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਗਾ ਵਰਲਡ ਬ੍ਰੈਸਟ ਫੀਡਿੰਗ ਵੀਕ, ਓਕੇ ਜੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅੱਗੇ। BHND ਦੀ ਫੁੱਲ ਫਾਰਮ ਕੀ ਹੈ? ਵਿਲੇਜ ਹੈਲਥ ਐਂਡ ਨਿਊਟ੍ਰੀਸ਼ਨ ਡੇ, ਕਿ ਵਿਲੇਜ ਦੇ ਵਿੱਚ ਜਿਹੜੇ ਬੱਚੇ ਉਹਨਾਂ ਦੀ ਹੈਲਥ ਅਤੇ ਨਿਊਟ੍ਰੀਸ਼ਨ ਦੇਣ ਵਾਸਤੇ ਦਿਨ ਮਨਾਇਆ ਜਾਂਦਾ ਗਾ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਅੱਗੇ ਕੀ ਆ ਗਿਆ? NPPCF ਸਟੈਂਡ ਫੋਰ। NPPCF ਦੀ ਫੁੱਲ ਫਾਰਮ ਕੀ ਹੈ? ਕਾਹਦੇ 'ਤੇ ਸਟੈਂਡ ਕਰਦੀ ਹੈ? ਇਹਦੀ ਫੁੱਲ ਫਾਰਮ ਹੈਗੀ ਆ ਭਾਈ ਨੈਸ਼ਨਲ ਪ੍ਰੋਗਰਾਮ ਫੋਰ ਪ੍ਰੀਵੈਂਸ਼ਨ ਐਂਡ ਕੰਟਰੋਲ ਓ ਫਲੋਰੀਸਿਸ ਇੰਟੀਟੇਡ ਇਨ 2008 ਅਤੇ 9, ਠੀਕ ਹੈ ਜੀ। ਤਾਂ ਕਰਕੇ ਇਹ ਭਾਈ ਤੁਸੀਂ ਇੱਥੋਂ ਤੱਕ ਲਾਉਣਾ ਗਾ, ਇੱਥੋਂ ਤੱਕ ਆ ਰਿਹਾ ਆਨਸਰ ਇਹਦਾ, ਠੀਕ ਹੈ। ਇੱਥੋਂ ਤੱਕ ਇਹ ਫੁੱਲ ਫਾਰਮ ਹੈ ਨੈਸ਼ਨਲ ਪ੍ਰੋਗਰਾਮ ਆਫ ਪ੍ਰੀਵੈਂਸ਼ਨ ਐਂਡ ਕੰਟਰੋਲ ਔਰ ਫਲੋਰੀਸਿਸ, ਠੀਕ ਹੈ ਜੀ। ਫੁੱਲ ਫਾਰਮ ਹੈ। ਇਹ ਕਿਦੋਂ ਚਲਾਈ ਸੀ ਸਕੀਮ? ਇਹ ਵੀ ਪੁੱਛ ਸਕਦੇ ਕਿ NPPCF ਕਿਦੋਂ ਚਲਾਈ ਗਈ ਸੀ? 2008 ਅਤੇ 9 ਦੇ ਵਿੱਚ। ਬੱਚੋ ਜਿੰਨੀ ਵੀ ਚੀਜ਼ ਕਰਵਾ ਰਹੇ ਹਾਂ ਇਹਦੇ ਵਿੱਚੋਂ ਤੁਸੀਂ 1 ਇੰਚ ਵੀ ਨਹੀਂ ਛੱਡਣਾ ਆਪਰੇਸ਼ਨ। ਜੇ ਤੁਸੀਂ ਕਹੋ ਕਿ ਆਹ ਯਾਦ ਕਰ ਲਿਆ 2008 ਨੂੰ ਛੱਡ ਦਈਏ, ਇਹ ਵੀ ਯਾਦ ਕਰਨਾ ਗਾ, ਠੀਕ ਹੈ। ਦੇਖੋ ਤੁਹਾਡੇ ਕੋਲ ਇੱਕ ਸਭ ਤੋਂ ਵਧੀਆ ਮੌਕਾ ਗਾ, ਠੀਕ ਹੈ।
ਸਭ ਤੋਂ ਵਧੀਆ ਮੌਕਾ, ਤੁਹਾਨੂੰ ਇੰਨੇ ਵਧੀਆ ਨੋਟਸ ਮਿਲੇ, ਇੰਨੀ ਵਧੀਆ ਤੁਹਾਨੂੰ ਸਟੱਡੀ ਕਰਵਾਈ ਜਾਂਦੀ ਹੈ, ਤਾਂ ਕਰਕੇ ਕੋਈ ਵੀ ਚੀਜ਼ ਛੱਡਣ ਦੀ ਖੇਚਲ ਤਾਂ ਕਰਨੀ ਨਹੀਂ ਤੁਸੀਂ, ਠੀਕ ਹੈ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅੱਗੇ। ਆ ਵੀ ਤੁਹਾਨੂੰ ਕਰਵਾਇਆ ਹੋਇਆ ICDS ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸ ਪ੍ਰੋਗਰਾਮ ਵਿੱਚ ਲਾਂਚਡ। ਜਿਹੜਾ ICDS ਹੈਗਾ, ਠੀਕ ਹੈ, ਇਹ ਪ੍ਰੋਗਰਾਮ ਕਿਦੋਂ ਚਲਾਇਆ ਗਿਆ ਸੀ? ਇਹ ਪ੍ਰੋਗਰਾਮ ਚਲਾਇਆ ਗਿਆ ਸੀ ਬੱਚੋ 1975 ਦੇ ਵਿੱਚ, ਅੰਡਰ ਮਿਨਿਸਟਰੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ। ਓਕੇ ਜੀ, ਚਾਈਲਡ ਡਿਵੈਲਪਮੈਂਟ ਉੱਥੋਂ ਚਲਾਇਆ ਗਿਆ ਸੀ, ਇਹ ਗੱਲ ਵੀ ਤੁਸੀਂ ਯਾਦ ਕਰਨੀ ਹੈ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਅੱਗੇ, ਠੀਕ ਹੈ। ਵਿੱਚ ਸਕੀਮ ਇਜ ਪਾਇਓਨੀਅਰ ਇਨ ਟਾਕਿੰਗ ਕੇਅਰ ਵੈਲਫੇਅਰ ਆਫ ਮਦਰ ਐਂਡ ਚਾਈਲਡ, ਠੀਕ ਹੈ। ਇਹ ਜੀ ਕਹਿੰਦੇ ਕਿਹੜੀ ਸਕੀਮ ਹੈ, ਠੀਕ ਹੈ, ਜਿਹੜੀ ਕਿ ਪਾਇਓਨੀਅਰ ਟੇਕਿੰਗ ਕੇਅਰ ਵੈਲਫੇਅਰ ਆਫ ਮਦਰ ਐਂਡ ਚਾਈਲਡ ਦੀ ਵੈਲਫੇਅਰ ਵਾਸਤੇ ਮਦਦ ਕਰਦੀ ਹੈ, ਉਹ ਹੈਗੀ ਹੈ ICDS, ਠੀਕ ਹੈ। ICDS ਦੀ ਫੁੱਲ ਫਾਰਮ ਕੀ ਹੈ? ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸ। ICDS ਦੀ ਫੁੱਲ ਫਾਰਮ ਇਹ ਹੈ। ਇਹ ਜਿਹੜੀ ਚਲਾਈ ਗਈ ਹੈ ਬੱਚਿਆਂ ਦੀ ਹੈਲਪ ਵਾਸਤੇ ਚਲਾਈ ਗਈ, ਅਤੇ ਮਦਰ ਅਤੇ ਚਾਈਲਡ ਦੀ ਕੇਅਰ ਵਾਸਤੇ। ਇਸ ਤੋਂ ਬਾਅਦ ਅੱਗੇ ਆ ਗਈ ਭਾਈ ਆਪਣੇ ਕੋਲ, ਇਹ 'ਚ ਪੁੱਛਿਆ ਗਿਆ ਨਵਜਾਤ ਸ਼ਿਸ਼ੂ ਸੁਰੱਖਿਆ ਕਲਿਆਕਰਮ NSSK, ਠੀਕ ਹੈ। ਪਹਿਲਾਂ ਆਪਾਂ ਪੜ੍ਹ ਕੇ ਗਏ ਸੀ JSSK, ਠੀਕ ਹੈ। ਉਹ ਜਿਵੇਂ ਹੈਗੀ ਉਹ ਜਨਨੀ ਸੀ, ਠੀਕ ਹੈ, ਉਹਨੂੰ ਮੈਂ ਜਨਨੀ ਲਿਖਿਆ ਹੋਇਆ ਸੀ, ਇਹਦੇ ਮੂਹਰੇ ਲਿਖਿਆ ਹੋਇਆ ਹੈਗਾ ਨਵਜਾਤ ਸ਼ਿਸ਼ੂ, ਠੀਕ ਹੈ। ਇਹ ਜਿਹੜੀ ਚਲਾਈ ਗਈ ਸੀ ਪਹਿਲੀ ਗੱਲ ਤਾਂ NSSK ਦੀ ਫੁੱਲ ਫਾਰਮ ਯਾਦ ਰੱਖਣੀ ਹੈ। ਫਿਰ ਇਹ ਯਾਦ ਕਰਨਾ ਓਬਜੈਕਟ ਦਾ ਮਤਲਬ ਕਹਿੰਦਾ ਵਿਸ਼ਾ ਕੀ ਸੀ ਇਹਦਾ ਵਿਸ਼ਾ ਹੈਗਾ ਸੀ ਟੂ ਹੈਵ ਟ੍ਰੇਨਡ ਹੈਲਥ ਪਰਸਨਲ ਇਨ ਬੇਸਿਕ ਨਿਊ ਬੋਰਨ ਕੇਅਰ ਐਂਡ ਰੈਸਕਿਊਸ਼ਨ ਇਟਸ ਐਵਰੀ ਡਿਲੀਵਰੀ ਪੁਆਇੰਟ। ਕਹਿੰਦਾ ਮਤਲਬ ਕਿ ਜਿਹੜਾ ਬੱਚੇ ਦਾ ਜਦੋਂ ਵੀ ਜਨਮ ਲੈਂਦਾ ਨਵਾਂ ਬੱਚਾ, ਉਹਦੀ ਕੇਅਰ ਕਰਨੀ ਚਾਹੀਦੀ ਪੂਰੇ ਚੰਗੇ ਢੰਗ ਨਾਲ। ਦਿਸ ਟ੍ਰੇਨਿੰਗ ਦੀ ਟੂ ਡੇ ਕਿ ਹਰੇਕ ਨੂੰ ਮਤਲਬ ਜਿਹੜੀ ਮਾਤਾ ਨੂੰ 2 ਦਿਨ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਇਹ ਚੀਜ਼ ਵਾਸਤੇ, ਜਿਹਦੇ ਨਾਲ ਮੋਰਟੈਲਿਟੀ ਰੇਟ ਘੱਟ ਸਕੇ। ਮੋਰਟੈਲਿਟੀ ਰੇਟ ਕੀ ਹੁੰਦਾ ਗਾ? ਇਹ ਹੁੰਦੀ ਹੈ ਬੱਚੇ ਦੀ ਮੌਤ ਦਰ, ਕਿਉਂਕਿ ਦਿਨੋਂ ਦਿਨ ਜਿਹੜੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਬੱਚਿਆਂ ਦੀ ਮੌਤ ਜ਼ਿਆਦਾ ਹੁੰਦੀ ਹੈ, ਠੀਕ ਹੈ। ਕੇਰਲਾ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਹੈ ਰੇਟ, ਇਹ ਜਿਹਦੇ ਕਰਕੇ ਮੋਰਟੈਲਿਟੀ ਰੇਟ ਇਹੀ ਹੁੰਦਾ ਜਿਹਦੇ ਵਿੱਚ ਨਵ ਜੰਮੇ ਬੱਚਿਆਂ ਦੀ ਡੈਥ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ, ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹੋ ਰਹੀ ਹੈ, ਠੀਕ ਹੈ। ਇਹ ਗੱਲ ਯਾਦ ਰੱਖਣੀ। ਸਭ ਤੋਂ ਜ਼ਿਆਦਾ ਮੇਰੇ ਹਿਸਾਬ 'ਤੇ ਹਾਂ ਸਭ ਤੋਂ ਘੱਟ ਕੇਰਲਾ ਦੇ ਵਿੱਚ ਹੈ, ਸਭ ਤੋਂ ਜ਼ਿਆਦਾ ਰਾਜਸਥਾਨ ਦੇ ਵਿੱਚ ਹੈ। ਇਹ ਇੱਕ ਮੈਂ ਤੁਹਾਨੂੰ ਸਰਚ ਕਰਕੇ ਦੱਸ ਦੂੰਗਾ, ਵੈਸੇ ਤਾਂ ਸਹੀ ਹੈ 100%, ਪਰ ਕਈ ਵਾਰੀ ਮੈਥੋਂ ਵੀ ਮਿਸਟੇਕ ਹੋ ਜਾਂਦੀ ਹੈ ਕਿਉਂਕਿ ਸਬਜੈਕਟ ਬਹੁਤ ਹੋ ਜਾਂਦੇ ਪੁੱਤਰੋ, ਠੀਕ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਹਰੇਕ ਨੂੰ ਇਹ ਓਬਜੈਕਟ ਦੇ ਸਮੇਂ ਹਰੇਕ ਨੂੰ ਮਤਲਬ ਔਰਤ ਨੂੰ ਡਿਲੀਵਰੀ ਟਾਈਮ ਦੀ 2 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇ, ਠੀਕ ਹੈ। ਜਾਂ ਡਾਕਟਰ ਨੂੰ ਦੁਬਾਰਾ ਜਿਹੜਾ ਵੀ ਕੋਈ ਹੈਲਥ ਪਰਸਨਲ ਉਹਨੂੰ ਵੀ ਦੇਣੀ ਚਾਹੀਦੀ ਹੈ ਟ੍ਰੇਨਿੰਗ ਇਹ, ਠੀਕ ਹੈ। ਹੈਲਥ ਪਰਸਨ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਬੱਚੇ ਦੀ, ਕਿ ਇਹ ਚੀਜ਼ ਨਾ ਹੋਵੇ, ਮਤਲਬ ਕਹਿੰਦਾ ਮਤਲਬ ਕਿ ਬੱਚੇ ਦੀ ਡੈਥ ਨਾ ਹੋਵੇ ਜੰਮੇ ਹੋਏ ਦੀ, ਜਦੋਂ ਬੱਚਾ ਜਨਮ ਲੈ ਲਿਆ। ਇਸ ਤੋਂ ਬਾਅਦ ਮਿਸ਼ਨ ਇੰਦਰਧਨੁਸ਼ ਵਾਜ ਲਾਂਚਡ ਇਨ ਵਿਚ ਈਅਰ, ਵੈਰੀ ਇੰਪੋਰਟੈਂਟ। ਮਿਸ਼ਨ ਇੰਦਰਧਨੁਸ਼ ਕਿਹੜੋਂ ਲਾਂਚ ਕੀਤਾ ਗਿਆ ਸੀ? 2014 ਦੇ ਵਿੱਚ ਲਾਂਚ ਕੀਤਾ ਗਿਆ ਸੀ। ਲਾਂਚ ਕਿਹਦੇ ਦੁਆਰਾ ਕੀਤਾ ਗਿਆ ਸੀ? ਯੂਨੀਅਨ ਹੈਲਥ ਮਿਨਿਸਟਰ JP ਨੱਡਾ। ਵਿਦ ਓਬਜੈਕਟ ਕੀ ਸੀ ਇਹਦਾ? ਡਰਾਈਵ 90% ਇਮੂਨਾਈਜੇਸ਼ਨ ਬਾਏ 2020, ਠੀਕ ਹੈ। ਬਸ ਇਹਦਾ ਤੁਸੀਂ ਯਾਦ ਕਰਨ ਦੀ ਕੋਈ ਲੋੜ ਨਹੀਂ, ਬਸ ਸਿਰਫ ਇਹ ਯਾਦ ਕਰ ਲਿਓ ਤੁਸੀਂ ਇਹਦਾ ਮੇਨ ਆਹ ਚੀਜ਼ ਬਸ, ਠੀਕ ਹੈ। ਇਸ ਤੋਂ ਬਾਅਦ ਰਾਸ਼ਟਰੀ ਬਾਲ ਸਵਸਥਾ ਕਿਰਿਆਕਰਮ, ਰਾਸ਼ਟਰੀ ਬਾਲ ਸਵਸਥਾ ਕਿਰਿਆਕਰਮ, ਠੀਕ ਹੈ ਜੀ। ਇਹ ਪ੍ਰੋਗਰਾਮ ਇਹ ਪੇਸ਼ੈਂਟ ਥੱਲੋਂ ਮਿਸਟੇਕ ਆ ਬੱਚੋ, ਇਹ ਆਪਾਂ ਫੇਰ ਕਰ ਲਾਂਗੇ। ਚਲੋ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਆ ਗਿਆ ਇਮਿਊਨਾਈਜੇਸ਼ਨ ਪ੍ਰੋਗਰਾਮ ਬਾਜ ਇੰਟਰੋਡਿਊਸ ਇੰਡੀਆ ਵਿੱਚ ਈਅਰ, ਜਿਹੜਾ ਵੀ ਇਮਿਊਨ ਨੂੰ ਲੈ ਕੇ ਇਹ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ। ਕਿਦੋਂ ਇੰਟਰੋਡਿਊਸ ਕੀਤਾ ਗਿਆ ਸੀ? ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਭਾਈ ਇਹ ਲਾਂਚ ਕੀਤਾ ਗਿਆ ਸੀ 1978 ਦੇ ਵਿੱਚ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਥੀਮ ਕੀ ਸੀ ਇਹਦਾ? ਐਕਸਪੈਂਡ ਪ੍ਰੋਗਰਾਮ ਆਫ ਇਮਾਈਜੇਸ਼ਨ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਯੂਨੀਵਰਸਲ ਇਮਿਊਨਾਈਜੇਸ਼ਨ ਪ੍ਰੋਗਰਾਮ ਬਾਜ ਇੰਟਰੋਡਿਊਸ ਇੰਡੀਆ ਵਿੱਚ ਈਅਰ। ਆਹ ਤਾਂ ਹੈਗਾ ਸੀ ਇਮਿਊਨਾਈਜੇਸ਼ਨ ਪ੍ਰੋਗਰਾਮ ਇਕੱਲਾ, ਹੁਣ ਯੂਨੀਵਰਸਲ ਆ ਗਿਆ ਮੂਹਰੇ, ਅਤੇ ਯੂਨੀਵਰਸਲ ਲਾਗੂ ਕੀਤਾ ਗਿਆ ਸੀ 1985 ਦੇ ਵਿੱਚ। ਓਕੇ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਨੈਸ਼ਨਲ ਪ੍ਰੋਗਰਾਮ ਫੋਰ ਫੈਮਿਲੀ ਪਲੈਨਿੰਗ ਵਾਜ ਲਾਂਚਡ ਫਸਟ ਟਾਈਮ ਇਨ ਵਿਚ ਕੰਟਰੀ। ਕਹਿੰਦੇ ਜਿਹੜਾ ਆਪਣੇ ਨੈਸ਼ਨਲ ਪ੍ਰੋਗਰਾਮ ਉਹ ਫੈਮਿਲੀ ਪਲੈਨਿੰਗ ਬਾਰੇ ਲਾਂਚ ਕੀਤਾ ਗਿਆ ਸੀ। ਫੈਮਿਲੀ ਪਲੈਨਿੰਗ ਕਿਵੇਂ ਕਰਨੀ ਹੈ? ਜਿਵੇਂ ਤੁਹਾਨੂੰ ਕੱਲ੍ਹ ਦੱਸ ਕੇ ਗਿਆ ਸੀ ਕਿ ਅਨਵਾਂਟਡ ਪ੍ਰੈਗਨੈਂਸੀ ਹੋ ਜਾਂਦੀ ਹੈ, ਇੱਕ ਬੱਚਿਆਂ ਦੇ ਵਿੱਚ ਸਪੇਸ ਹੋਣਾ ਚਾਹੀਦਾ। ਇਹ ਦੋਵੇਂ ਕਿਹਦੇ ਆ? ਫੈਮਿਲੀ ਪਲੈਨਿੰਗ ਦੀ ਮੈਥਡ ਆ ਇਹ ਦੋਨੇ, ਠੀਕ ਹੈ। ਕੱਲ੍ਹ ਕਰਵਾ ਕੇ ਗਿਆ ਸੀ ਕਿ ਮਤਲਬ ਜ਼ਿਆਦਾ ਤੋਂ ਜ਼ਿਆਦਾ ਆਪਾਂ ਨੂੰ ਅਨਪ੍ਰੈਗਨੈਂਸੀ ਤੋਂ ਬਚਣਾ ਚਾਹੀਦਾ, ਜਿਹੜੀ ਆਪਣੀ ਮਤਲਬ ਅਨਵਾਂਟਡ ਪ੍ਰੈਗਨੈਂਸੀ ਹੋ ਜਾਂਦੀ ਹੈ, ਠੀਕ ਹੈ। ਜਿਹਦੇ ਕਰਕੇ ਮਤਲਬ ਨਾ ਤਾਂ ਹਸਬੈਂਡ ਨੂੰ ਪਤਾ ਹੁੰਦਾ ਨਾ ਵਾਈਫ ਨੂੰ ਪਤਾ ਹੁੰਦਾ, ਮਤਲਬ ਅਣਚਾਹਿਆ ਗਰਭ ਹੋ ਜਾਂਦਾ ਗਾ, ਠੀਕ ਹੈ। ਉਹ ਚੀਜ਼ ਤੋਂ ਮਤਲਬ ਥੋੜ੍ਹਾ ਜਿਹਾ ਕਿਨਾਰਾ। ਅਤੇ ਦੂਸਰੀ ਗੱਲ, ਬੱਚਿਆਂ ਦੇ ਵਿੱਚ ਜਦੋਂ ਵੀ ਜਨਮ ਦੇਣਾ ਬੱਚੇ ਨੂੰ ਘੱਟੋ ਘੱਟ ਬੱਚਿਆਂ ਦੇ 3 ਸਾਲ ਦਾ ਫਾਸਲਾ ਹੋਣਾ ਲਾਜ਼ਮੀ ਹੈਗਾ, ਠੀਕ ਹੈ। ਉਹੀ ਚੀਜ਼ ਤਾਂ ਇਹਦੇ ਵਿੱਚ ਕੀ ਕਿਹਾ ਗਿਆ? ਨੈਸ਼ਨਲ ਪ੍ਰੋਗਰਾਮ ਜਿਹੜੀ ਫੈਮਿਲੀ ਪਲੈਨਿੰਗ ਹੈ ਇਹ ਫਸਟ ਟਾਈਮ ਕਦੋਂ ਲਾਂਚ ਕੀਤੀ ਗਈ ਸੀ? ਇੰਡੀਆ ਦੇ ਵਿੱਚ ਲਾਂਚ ਕੀਤੀ ਗਈ ਸੀ 1952 ਦੇ ਵਿੱਚ,
ठीक है। तो 1952 ਦੇ ਵਿੱਚ ਹੀ ਪੰਜਾਬ ਦੀ ਰਾਜਧਾਨੀ ਕਿਹੜੀ ਬਣੀ ਸੀ? ਚੰਡੀਗੜ੍ਹ। ਚਲੋ ਸਟੈਟਿਕ ਜੀਗ੍ਰਾਫੀਸ਼ਨ ਵੀ ਕਰਵਾ ਦਈਏ ਤੁਹਾਨੂੰ ਨਾਲ ਹੁਣ। ਅਤੇ ਚੰਡੀਗੜ੍ਹ ਨੂੰ ਕਿਹਨੇ ਬਣਾਇਆ ਸੀ? ਲੀ ਕੋਬੀਜ਼ਰ ਨੇ। ਕਹਿੰਦੇ ਹੋਏ ਹਿਸਟਰੀ ਲੈ ਗਿਆ ਵਿੱਚ, ਹੈ ਨਾ ਮਾਸਟਰ? ਮਾਸਟਰ ਤਾਂ ਗਿਣਿਆ ਭਾਈ, ਅਸਾਂ ਐਂ ਕਿ ਤੁਹਾਡੀ ਬੱਚਿਆਂ ਦੀ ਹੈਲਪ ਹੋ ਜੀ ਹੀ ਬਹੁਤ ਹੈ। ਪਲਸਸ ਪੋਲੀਓ ਪ੍ਰੋਗਰਾਮ ਹੈ ਜਿਹੜਾ ਪਲਸ ਹੈ ਪੋਲੀਓ ਪ੍ਰੋਗਰਾਮ ਹੈ। ਪੋਲੀਓ ਤਾਂ ਤੁਹਾਨੂੰ ਪਤਾ ਹੀ ਹੈਗਾ, ਔਰਲ ਦਵਾਈ ਹੈ ਇੱਕ। ਔਰਲ ਦਵਾਈ ਕਿਹੜੀ ਹੁੰਦੀ? ਜਿਹੜੀ ਮੂੰਹ ਰਾਹੀਂ ਦਿੱਤੀ ਜਾਂਦੀ ਹੈ। ਤਾਂ ਇਹਦਾ ਏਮ ਕੀ ਹੈਗਾ? ਇਹਦਾ ਏਮ ਭਾਈ ਹੈਗਾ ਪਲਸ ਪੋਲੀਓ ਪ੍ਰੋਗਰਾਮ ਬਾਜ ਲਾਂਚਡ 2 ਅਕਤੂਬਰ 1994 ਨੂੰ ਲਾਂਚ ਕੀਤਾ ਗਿਆ ਸੀ। ਇਹਦਾ ਏਮ ਕੀ ਸੀ? ਇਰਾਡੀਕੇਟਿੰਗ ਪੋਲੀਓ ਮੈਥਸ ਬਾਏ 2000। ਠੀਕ ਹੈ। ਕਹਿੰਦਾ ਮਤਲਬ ਕਿ ਬੱਚਿਆਂ ਦੇ ਵਿੱਚ ਪੋਲੀਓ ਜਿਹੜੀਆਂ ਬਿਮਾਰੀਆਂ ਨੂੰ ਘਟਾਉਣਾ ਦਿਨੋਂ ਦਿਨ। ਇਸ ਤੋਂ ਬਾਅਦ ਆ ਗਿਆ ਲਕਸ਼ਯਾ। ਲਕਸ਼ਯਾ ਪ੍ਰੋਗਰਾਮ ਕਿਹੜਾ ਲਾਂਚ ਕੀਤਾ ਗਿਆ ਸੀ? ਵੈਰੀ ਇੰਪੋਰਟੈਂਟ ਆਪਰੇਸ਼ਨ ਹੈ ਇਹ। ਤਾਂ ਇਹ ਲਾਂਚ ਕੀਤਾ ਗਿਆ ਸੀ ਭਾਈ 11 ਦਸੰਬਰ 2017 ਦੇ ਵਿੱਚ। ਡੇਟਾ ਐਜ਼ ਇਟ ਯਾਦ ਹੋਣੀਆਂ ਚਾਹੀਦੀਆਂ ਭਾਈ, ਠੀਕ ਹੈ। ਇਹ ਤਾਂ ਕੋਈ ਅੰਗਰੇਜ਼ੀ ਵਾਲੀ ਗੱਲ ਹੈ ਨਹੀਂ, ਡੇਟੇ ਯਾਦ ਕਰਨੀਆਂ ਕਰ ਲਿਓ। ਇਸ ਤੋਂ ਬਾਅਦ ਇਹ ਮਿਨਿਸਟਰੀ ਆਫ ਹੈਲਥ ਫੈਮਿਲੀ ਵੈਲਫੇਅਰ ਨਹੀਂ ਲਾਗੂ ਕੀਤਾ ਸੀ ਇਹ। ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੇ ਵਿੱਚ ਗੱਲ ਕਰ ਰਹੇ ਨੇ ਆਪਣੇ ਕੋਲੇ, ਕਹਿੰਦੇ ਓਬਜੈਕਟ ਕੀ ਹੈ ਇਹਦਾ? ਓਬਜੈਕਟ ਸਮਝ ਲਓ ਬੱਚੋ, ਓਬਜੈਕਟ ਦਾ ਮਤਲਬ ਵਿਸ਼ਾ। ਵਿਸ਼ਾ ਕੀ ਹੈ? ਲਕਸ਼ਯ ਪ੍ਰੋਗਰਾਮ ਕਿਉਂ ਚਲਾਇਆ ਗਿਆ ਸੀ? ਲਕਸ਼ਯ ਸਟੈਂਡ ਫਰੋਮ ਲੇਬਰ ਰੂਮ ਕੁਆਲਿਟੀ ਇੰਪਰੂਵਮੈਂਟ ਇਨੀਟੇਟਿਵ ਰਿਡਿਊਸ ਨਿਊ ਬੋਰਨ ਮੈਟੀਰੀਅਲ ਮੋਬਿਲਿਟੀ ਐਂਡ ਮੋਰਟੈਲਿਟੀ। ਕਹਿੰਦਾ ਮਤਲਬ ਲਕਸ਼ਯ ਦਾ ਮਤਲਬ ਇਹ ਸੀ ਕਿ ਜਿਹੜਾ ਲੇਬਰ ਰੂਮ ਹੈ ਜਿੱਥੇ ਬੱਚੇ ਦਾ ਮਤਲਬ ਜਨਮ ਲਿੱਤਾ ਜਾਂਦਾ ਗਾ, ਨਿਊ ਬੱਚੇ ਦਾ ਜਨਮ ਹੁੰਦਾ ਜਿੱਥੇ, ਉਹਨੂੰ ਮਤਲਬ ਵਧੀਆ ਢੰਗ ਨਾਲ ਬਣਾਉਣਾ ਤਾਂ ਜੋ ਬੱਚੇ ਦੇ ਉੱਥੇ ਹਰੇਕ ਸਹੂਲਤ ਹੋਣੀ ਚਾਹੀਦੀ ਕਿ ਨਵੇਂ ਬੱਚੇ ਦੀ ਡੈਥ ਦੀ ਮਤਲਬ ਸੰਭਾਵਨਾ ਘੱਟ ਸਕੇ। ਕਿਉਂਕਿ ਆਪਣੇ ਇੰਡੀਆ ਦੇ ਵਿੱਚ ਇਹ ਜਿਹੜਾ ਮੋਰਟੈਬਿਲਿਟੀ ਰੇਟ ਹੈਗਾ ਮਤਲਬ ਬੱਚੇ ਦੀ ਮੌਤ ਦਰ ਆ ਬਹੁਤ ਜ਼ਿਆਦਾ ਹੈਗੀ, ਠੀਕ ਹੈ ਜੀ। ਇਸ ਤੋਂ ਬਾਅਦ ਇੰਪਰੂਵਮੈਂਟ ਕੁਆਲਿਟੀ ਹੋਣੀ ਚਾਹੀਦੀ, ਵਧੀਆ ਸਟਾਫ ਹੋਣਾ ਚਾਹੀਦਾ, ਐਕਸਪੀਰੀਅੰਸ ਸਟਾਫ ਹੋਣਾ ਚਾਹੀਦਾ, ਠੀਕ ਹੈ। ਬਸ ਇਹੀ ਚੀਜ਼ਾਂ ਹੁੰਦੀਆਂ। ਇਸ ਤੋਂ ਬਾਅਦ ਅਗਲਾ ਆ ਗਿਆ ਭਾਈ ਆਪਣੇ ਕੋਲ ਕਰੰਟ IMR। ਆਹੀ ਆ ਗਿਆ ਭਾਈ ਇੰਡੀਅਨ ਮੋਰਬਿਲਿਟੀ ਰੇਟ, ਠੀਕ ਹੈ। ਬੱਚੇ ਦੀ ਜਨਮ ਮੌਤ ਦਰ ਕਹਿ ਦਿੰਦੇ ਇਹਨੂੰ, ਠੀਕ ਹੈ। ਫੁੱਲ ਫਾਰਮ ਦੁਬਾਰੇ ਫੇਰ ਲਿਖ ਦਿੰਦਾ ਹੈਗਾ ਸਾਫ ਅੱਖਰਾਂ 'ਚ, ਇੰਡੀਅਨ ਮੋਰਟੈਲਿਟੀ ਰੇਟ। ਇਹ ਗੱਲ ਯਾਦ ਰੱਖਣੀ ਹੈ। ਕਹਿਣ ਦਾ ਮਤਲਬ ਕਿ ਬੱਚਿਆਂ ਦੀ ਮੌਤ ਦਰ ਕਿੰਨੀ ਹੈ, ਠੀਕ ਹੈ। ਦੇਖੋ ਇਹ ਕਹਿੰਦੀ ਬੱਚਿਆਂ ਦੀ ਮੌਤ ਦਰ ਹੈ 28.771 ਡੈਥ 1000, ਠੀਕ ਹੈ। 1000 ਜਨਮ ਹਜ਼ਾਰ ਪਿੱਛੇ 28.771 ਬੱਚੇ ਦੀ ਡੈਥ ਹੋ ਜਾਂਦੀ ਹੈ, ਠੀਕ ਹੈ। 3.61% ਡਿਕਲਾਈਨ ਫਰੋਮ 2020, ਠੀਕ ਹੈ। 2020 ਦੇ ਵਿੱਚ ਕਿੰਨੀ ਸੀ ਇਹ? 2020 ਦੇ ਵਿੱਚ ਕਿੰਨੀ ਸੀ ਇਹ? 29.848 ਦੇ ਵਿੱਚੋਂ, ਠੀਕ ਹੈ। ਆਹ ਸਾਰੀ ਭਾਈ ਇਹਦੀ ਪਰਸੈਂਟੇਜ ਹੈਗੀ, ਇਹ ਤੁਸੀਂ ਯਾਦ ਕਰ ਲਓ 96.39 ਅਤੇ 3.61। ਓਕੇ ਬੱਚਿਓ, ਆਹ ਦੇਖ ਲਿਓ, ਆਹ ਪਰਸੈਂਟੇਜ ਵੀ ਦੇਖ ਲਿਓ ਇਹਨਾਂ ਦੇ ਬਾਰੇ ਵਿੱਚ, ਠੀਕ ਹੈ। ਮੇਨ ਤਾਂ ਤੁਸੀਂ ਆਹੀ ਚੀਜ਼ ਯਾਦ ਕਰਨੀ ਹੈ 28.771 1000 ਲਾਈਫਸ ਪਿੱਛੇ, ਠੀਕ ਹੈ ਜੀ। ਅਤੇ 3.61% ਡਿਕਲਾਈਨ ਫਰੋਮ 2020 ਇਨ 2020 ਇਨ 29.8। ਇਹਨਾਂ ਜਦੋਂ ਜੋੜੇ ਦੀ ਐਵਰੇਜ ਬਣ ਗਈ 96.39 ਦੇ ਵਿੱਚੋਂ 3.61% ਕੀ ਹੈ ਰੇਟ ਆ ਰਿਹਾ ਹੈ, ਠੀਕ ਹੈ, ਮ੍ਰਿਤਕ ਦਰ ਦਾ। ਇਸ ਤੋਂ ਬਾਅਦ ਆ ਗਿਆ ਨੈਸ਼ਨਲ ਹੈਲਥ ਮਿਸ਼ਨ ਕਿਹੜਾ ਲਾਂਚ ਕੀਤਾ ਗਿਆ ਸੀ? ਕਿਹੜਾ? ਨੈਸ਼ਨਲ ਹੈਲਥ ਮਿਸ਼ਨ, ਇਹਨੂੰ ਆਪਾਂ NHM ਵੀ ਕਹਿ ਦਿੰਦੇ ਹਾਂ। ਇਹ ਕਦੋਂ ਲਾਂਚ ਕੀਤਾ ਗਿਆ ਸੀ? ਇਹ ਲਾਂਚ ਕੀਤਾ ਗਿਆ ਸੀ 2005 ਦੇ ਵਿੱਚ। ਵੈਰੀ ਇੰਪੋਰਟੈਂਟ। ਇਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਨੈਸ਼ਨਲ ਹੈਲਥ ਮਿਸ਼ਨ ਹੈਜ਼ 2 ਕੰਪੋਨੈਂਟ ਵਿਚ ਆਰ ਡੈਟ। ਕਹਿੰਦੇ ਜਿਹੜਾ ਆਪਣਾ ਹੈਲਥ ਹੈਸ਼ਨ ਮਿਸ਼ਨ ਸੀ ਇਹਦੇ ਵਿੱਚ 2 ਕੰਪੋਨੈਂਟ ਚਲਾਏ ਸੀ ਇਹਨਾਂ ਨੇ, ਠੀਕ ਹੈ। ਪਹਿਲੀ ਗੱਲ ਇਹ ਪੁੱਛ ਸਕਦੇ ਕਿ ਇਹਦੇ ਵਿੱਚ ਕਿੰਨੇ ਕੰਪੋਨੈਂਟ ਸੀ? ਇਹਦੇ 'ਚ ਬੱਚੋ 2 ਕੰਪੋਨੈਂਟ ਸੀ। ਉਹ ਕਿਹੜੇ ਸੀ? ਇੱਕ ਤਾਂ ਹੈਗਾ ਸੀ NRHM, ਇੱਕ ਹੈਗਾ ਸੀ NUHM। ਜਿਹੜਾ ਤਾਂ NRHM ਸੀ ਇਹ ਹੈਗਾ ਸੀ ਨੈਸ਼ਨਲ ਰੂਰਲ ਹੈਲਥ ਮਿਸ਼ਨ, ਅਤੇ ਦੂਸਰਾ ਹੈਗਾ ਸੀ ਉਹ ਹੈਗਾ ਸੀ ਨੈਸ਼ਨਲ ਅਰਬਨ ਹੈਲਥ ਮਿਸ਼ਨ। ਓਕੇ, ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖ ਲਿਓ, ਹੋਰ ਭਾਵੇਂ ਕੁਛ ਭੁੱਲ ਜਾਓ ਭਾਈ, ਠੀਕ ਹੈ। ਪਰ ਆਹ ਫੁੱਲ ਫਾਰਮ ਜ਼ਰੂਰ ਯਾਦ ਰੱਖਣੀ ਹੈ, ਤੁਹਾਡਾ ਕੰਮ ਹੈਗਾ, ਮੇਰਾ ਨਹੀਂ, ਠੀਕ ਹੈ। ਇਸ ਤੋਂ ਬਾਅਦ ਆਪਾਂ ਆ ਗਏ ਭਾਈ ਲਾਸਟ ਪ੍ਰਸ਼ਨ 'ਤੇ, ਨਿਬੇੜਦੇ ਹਾਂ ਹੁਣ ਲਾਸਟ ਪ੍ਰਸ਼ਨ। ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਵਾਜ ਲਾਂਚ। ਜਿਹੜਾ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਸੀ ਇਹ ਕਦੋਂ ਲਾਂਚ ਕੀਤਾ ਗਿਆ ਸੀ? ਇਹ ਲਾਂਚ ਕੀਤਾ ਗਿਆ ਸੀ 15 ਅਗਸਤ 2020 ਨੂੰ, ਠੀਕ ਹੈ। ਕਾਹਦੇ ਵਾਸਤੇ ਲਾਂਚ ਕੀਤਾ ਗਿਆ ਸੀ? ਟੂ ਕ੍ਰੀਏਟ ਇਨ ਇੰਟੀਗ੍ਰੇਟਡ ਹੈਲਥ ਕੇਅਰ ਸਿਸਟਮ, ਕਿ ਜਿਹੜੇ ਸਿਸਟਮ ਆ ਉਹਨਾਂ ਨੂੰ ਇੰਟੀਗ੍ਰੇਟ ਕਰਨਾ, ਵਧਾਉਣਾ, ਹੋਰ ਲਿੰਕੇਜ ਪ੍ਰੈਕਟੀਨਰ
ਵਿਦ ਪੇਸ਼ੈਂਟ ਡਿਜੀਟਲੀ ਬਾਈ ਗਿਵਿੰਗ ਐਕਸੈਸ ਦਾ ਰੀਅਲ ਟਾਈਮ ਹੈਲਥ ਰਿਕਾਰਡ, ਕਿ ਡਿਜੀਟਲ ਤੌਰ 'ਤੇ ਠੀਕ ਹੈ ਜਿਨ੍ਹਾਂ ਦਾ ਵੀ ਮਤਲਬ ਹੈਲਥ ਹੈ ਉਹਨਾਂ ਦਾ ਹੈਲਥ ਦਾ ਰਿਕਾਰਡ ਆ ਜਿਹੜਾ ਡਿਜੀਟਲ ਤੌਰ 'ਤੇ ਰੱਖਿਆ ਜਾਵੇ। ਠੀਕ ਹੈ, ਇਹ ਨਹੀਂ ਹੈਗੇ ਮਤਲਬ ਜੇ ਮੈਂ ਕਿਸੇ ਮਰੀਜ਼ ਦਾ ਹੈਲਥ ਰਿਕਾਰਡ ਦੇਖਣਾ ਮੈਂ ਉੱਥੇ ਭਾਵੇਂ ਦਿੱਲੀ ਬੈਠਾ ਉੱਥੇ ਵੀ ਦੇਖ ਸਕਦਾ ਗਾ। ਉਹ ਸਾਰੀ ਚੀਜ਼ ਡਿਜੀਟਲ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਭਾਈ ਲੋੜ ਆ ਤਾਂ ਮੁੜ ਕੇ ਮੈਂ ਆ ਕੇ ਸਾਰੀਆਂ ਫਾਈਲਾਂ ਫਰੋਲੀ ਜਾਵਾਂ ਉਹਨਾਂ ਦੀਆਂ। ਠੀਕ ਹੈ ਨਾ, ਇਹ 15 ਅਗਸਤ 2020 ਦੇ ਵਿੱਚ ਇਹ ਚੀਜ਼ ਲਾਂਚ ਕੀਤੀ ਸੀ। ਵੈਰੀ ਵੈਰੀ ਇੰਪੋਰਟੈਂਟ ਆਪਰੇਸ਼ਨ ਹੈ ਇਹ। ਦੇਖੋ ਬੱਚੋ, ਇਹ ਜਿਹੜੇ ਸਰ ਨੇ ਆਪਰੇਸ਼ਨ ਕੱਢੇ ਹੋਏ ਆ ਨਾ, ਇਹ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਨੇ, ਉੱਥੋਂ ਕੱਢੇ ਹੋਏ ਨੇ। ਠੀਕ ਹੈ ਜੀ, ਅਤੇ ਸਰ ਦੇ ਨੋਟਸਾਂ ਤੋਂ ਵੀ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਸਟੱਡੀ ਕਰਵਾਵਾਂਗੇ। ਜਿਹੜੇ ਮੇਰੇ ਨੋਟਸ ਬਣਾਏ ਹੋਏ ਆ ਉਹਨਾਂ ਤੋਂ ਵੀ ਸਟੱਡੀ ਕਰਵਾਵਾਂਗੇ। ਠੀਕ ਹੈ, ਆਪਾਂ ਕਹਿਣ ਦਾ ਮਤਲਬ ਕਿ 20 ਨੰਬਰਾਂ ਦਾ ਆਉਣਾ ਜਿਹੜਾ ਮੈਨੂੰ ਤਾਂ ਇਹ ਕਹਿਣਾ ਕਿ 20 ਦੇ ਵਿੱਚੋਂ 20 ਨੰਬਰਾਂ ਦੀ ਆਪਣਾ ਆਊਗਾ। ਠੀਕ ਹੈ, ਟੈਨਸ਼ਨ ਨਾ ਲਓ ਪੁੱਤਰੋ, ਦੱਬੀ ਚੱਲੋ ਕੰਮ। ਓਕੇ, ਅਤੇ ਕਿਸੇ ਬੱਚੇ ਨੂੰ ਘਬਰਾਉਣ ਦੀ ਲੋੜ ਨਹੀਂ ਭਾਈ। ਵਿੱਚ ਬੱਚੇ ਦਾ ਕੱਲ੍ਹ ਇੱਕ ਦਾ ਫੋਨ ਆਇਆ, ਲੜਕੀ ਸੀ, ਕੀ ਨਾਂ ਸੀ ਉਹ ਲੜਕੀ ਦਾ, ਮੈਂ ਨਾਂ ਸ਼ਾਇਦ ਜਸਪ੍ਰੀਤ ਸੀ, ਕੁਛ ਇਹੋ ਜਿਹਾ ਨਾਂ ਸੀ ਲੜਕੀ ਦਾ ਉਹਦਾ। ਕਹਿੰਦੀ ਸਰ ਕਹਿੰਦੀ ਤੁਹਾਡੇ ਮੈਨੂੰ ਲੈਕਚਰ ਬਹੁਤ ਵਧੀਆ ਲੱਗਦਾ। ਮੈਂ ਕਿਹਾ ਹਾਂਜੀ ਬੱਚੇ ਕੋਈ ਚੱਕਰ ਨਹੀਂ, ਜੇ ਵਧੀਆ ਲੱਗਦਾ ਤੁਸੀਂ ਸਟੱਡੀ ਕਰੋ। ਕਹਿੰਦੀ ਸਰ ਤੁਸੀਂ ਪੇਡ ਕੋਰਸ ਤਾਂ ਨਹੀਂ ਕਰਦੇ? ਮੈਂ ਕਿਹਾ ਭਾਈ ਨਹੀਂ ਕਰਦਾ, ਤੁਸੀਂ ਬੇਫਿਕਰ ਹੋ ਕੇ ਪੜ੍ਹੋ। ਠੀਕ ਹੈ, ਤੁਹਾਨੂੰ ਐਂਡ ਤੱਕ ਭਾਈ ਹਾਂ ਸੱਚ ਪੇਪਰ ਦੀ ਡੇਟ ਤੁਹਾਨੂੰ ਜ਼ਰੂਰ ਕਨਫਰਮ ਕਰ ਦੇਣਾ ਕਿ ਪੇਪਰ ਦੀ ਡੇਟ ਕਦੋਂ ਹੋਊਗੀ। ਪੇਪਰ ਦੀ ਡੇਟ ਭਾਈ ਹੋਣ ਦੇ ਚਾਂਸ ਨੇ, ਤੁਹਾਨੂੰ ਮੈਂ ਪਹਿਲਾਂ ਡੇਟ ਦੱਸ ਹੀ ਦਿੰਦਾ ਹੁੰਦਾ। ਮੇਰਾ ਅੰਦਾਜ਼ਾ ਲਗਭਗ ਪਤਾ ਨਹੀਂ ਰੱਬ ਦੀ ਕਿਰਪਾ ਸਹੀ ਨਿਕਲਿਆ ਹੁੰਦਾ ਗਾ। ਪੇਪਰ ਹੋਣ ਦੇ ਚਾਂਸ ਭਾਈ ਹੈਗੇ ਆ ਇਹਦੇ। 14 ਨੂੰ ਤਾਂ ਪੇਪਰ ਹੋ ਨਹੀਂ ਸਕਦਾ, 10 ਨਵੰਬਰ ਨੂੰ ਹੈਗਾ ਪੇਪਰ, 10 ਅਕਤੂਬਰ ਤੱਕ ਹੋਣ ਦੇ ਚਾਂਸ ਹੈ ਨਹੀਂ, ਕਿਉਂਕਿ 10 ਨੂੰ ਤਾਂ ਹੈਗਾ PSPCL ਵਾਲਿਆਂ ਦਾ, 14 ਨੂੰ ਹੈਗਾ ਬਾਰਡ ਅਟੈਂਡੈਂਟ ਵਾਲਿਆਂ ਦਾ, ਇਸ ਤੋਂ ਬਾਅਦ 17 ਨੂੰ ਹੈਗਾ ETT ਵਾਲਿਆਂ ਦਾ ਸ਼ਾਇਦ। ਤਾਂ ਭਾਈ ਕਹਿਣ ਦਾ ਮਤਲਬ ਕਿ 25 ਤੋਂ ਬਾਅਦ ਤੁਹਾਡੇ ਪੇਪਰ ਹੋਣ ਦੇ ਫੁੱਲ ਚਾਂਸ ਨੇ। ਠੀਕ ਹੈ, 25 ਨਵੰਬਰ ਤੋਂ ਬਾਅਦ ਤੁਹਾਡਾ ਪੇਪਰ ਕਦੋਂ ਵੀ ਆ ਸਕਦਾ, ਕਦੋਂ ਵੀ। ਇਹ ਗੱਲ ਯਾਦ ਰੱਖ ਲਿਓ, ਯਾਦ ਕਰ ਲਓ ਭਾਈ। ਅੱਜ ਤੁਹਾਡੇ ਕੋਲ ਹਜੇ ਜਮਾਂ ਸਹੀ, ਅੱਜ ਤੁਹਾਡੇ ਕੋਲ ਹੈਗੇ ਆ ਭਾਈ ਮਹੀਨਾ ਕੁ ਦਾ ਮੰਨ ਕੇ ਚੱਲੋ, ਸਵਾ ਕੁ ਮਹੀਨਾ। ਠੀਕ ਹੈ, 25 ਤਰੀਕ ਤੋਂ ਬਾਅਦ ਕਦੋਂ ਵੀ ਆ ਸਕਦਾ ਗਾ। ਖੂਹ ਚੱਟ ਹੈ, ਜਦੋਂ ਮਰਜ਼ੀ ਨਿਕਲਿਆ ਆਵੇ। ਠੀਕ ਹੈ, ਤਾਂ ਇਹ ਗੱਲ ਯਾਦ ਰੱਖਣੀ ਹੈ। ਬਾਕੀ ਭਾਈ ਰੋਟੀ ਸਾਰੇ ਬੱਚਿਆਂ ਨੇ ਖਾ ਲਈ ਹੋਊਗੀ। ਠੀਕ ਹੈ, ਅਤੇ ਕਿਉਂਕਿ ਵੀਡੀਓ ਮੈਂ ਰਾਤ ਨੂੰ ਬਣਾਈ ਹੈ, ਸ਼ਾਇਦ ਮੈਂ ਸੁਬਾਹ ਅਪਲੋਡ ਕਰਾਂ, ਕਿਉਂਕਿ ਹੁਣ ਨਾ ਮਤਲਬ ਨੈਟਵਰਕ ਦੀ ਬਹੁਤ ਪ੍ਰੋਬਲਮ ਆ ਰਹੀ ਹੈ। ਅਤੇ ਠੀਕ ਹੈ ਬੱਚਿਓ, ਜਿਉਂਦੇ ਵੱਧਦੇ ਰਹੋ ਪੁੱਤਰੋ। ਜੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਦਾ ਤੁਹਾਡੇ ਵਾਸਤੇ ਬੱਚਿਓ, ਇੱਕ ਮੈਂ ਅਲੱਗ ਨੰਬਰ ਲੈ ਲੈਂਦਾ ਮੋਬਾਇਲ ਦਾ। ਜੇ ਕਿਸੇ ਵੀ ਲੜਕੀ ਨੇ ਕਿਸੇ ਵੀ ਲੜਕੇ ਨੇ ਕੋਈ ਗੱਲ ਪੁੱਛਣੀ, ਜਦੋਂ ਮਰਜ਼ੀ ਪੁੱਛ ਸਕਦਾ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ। ਜਿਉਂਦੇ ਵੱਧਦੇ ਰਹੋ ਭਾਈ, ਜਵਾਨੀਆਂ ਮਾਣੋ, ਜਿਉਂਦੇ ਵੱਧਦੇ ਰਹੋ। ਬਸ ਇਹੀ ਗੱਲ ਆਪਣੇ ਵੱਲੋਂ।